ਨੈਕਸਟ ਜੋ ਵੀਡੀਓ ਹੈ ਆਪਣੀ ਉਹਦੇ ਵਿੱਚ ਆਪਾਂ ਪੜ੍ਹਾਂਗੇ ਯੂਵੀ ਸਪੈਕਟਰੋਸਕੋਪੀ ਦਾ ਪਾਰਟ 2। ਉਹਦੇ ਵਿੱਚ ਆਪਾਂ ਪੜ੍ਹਾਂਗੇ ਵੀ ਯੂਵੀ ਸਪੈਕਟਰ ਜਿਹੜਾ ਹੈ ਉਹਨੂੰ ਆਪਾਂ ਰਿਕਾਰਡ ਕਿਵੇਂ ਕਰਦੇ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਵੀ ਹਾਂ ਜਿਹੜੀ ਯੂਵੀ ਵਿਜ਼ੀਬਲ ਰੀਜਨ ਹੈ ਜਿਹੜਾ ਆਪਾਂ ਪੜ੍ਹਦੇ ਹਾਂ ਇਹ 200 ਤੋਂ 800 ਮੀਟਰ ਨੈਨੋਮੀਟਰ ਤੱਕ ਆਪਾਂ ਪੜ੍ਹਦੇ ਹਾਂ। ਠੀਕ ਹੈ, ਪਰ ਬਹੁਤ ਸਾਰੇ ਬੱਚਿਆਂ ਦੇ ਕੁਐਸਚਨ ਦੇ ਵਿੱਚ ਡਾਊਟ ਸੀਗਾ, ਮੈਂ ਕੁਇਜ਼ ਦੇ ਵਿੱਚ ਵੀ ਪਾਇਆ ਸੀ ਵੀ 100 ਤੋਂ 800 ਕਿਉਂ ਲਿਖਿਆ। ਮੈਂ ਜਿਹੜਾ ਯੂਵੀ ਰੀਜਨ ਹੈ ਉਹ 100 ਤੋਂ 400 ਦੇ ਵਿੱਚ ਲਾਈ ਕਰਦਾ। ਠੀਕ ਹੈ, ਪਰ ਸਟੱਡੀ ਜਿਹੜਾ ਕਰਦੇ ਹਾਂ ਆਪਾਂ ਉਹ 200 ਤੋਂ 400 ਕਰਦੇ ਹਾਂ। ਤਾਂ ਮੈਂ ਐਕਚੁਅਲ ਰੀਜ਼ਨ ਪੁੱਛਿਆ ਸੀ ਜਿਹੜਾ ਲਾਈ ਕਰਦਾ ਹੈਗਾ ਯੂਵੀ ਅਤੇ ਵਿਜ਼ੀਬਲ ਵਾਲਾ, ਉਹ ਤਾਂ ਕਰਕੇ 100 ਤੋਂ 800 ਤੱਕ ਆਇਆ ਉਹਦਾ ਜਿਹੜਾ ਆਨਸਰ ਸੀਗਾ। ਠੀਕ ਹੈ, 100 ਤੋਂ 200 ਵਾਲਾ ਵੈਕਿਊਮ ਕਰਕੇ ਆਪਾਂ ਛੱਡ ਦਿੰਦੇ ਹਾਂ ਕਿਉਂਕਿ ਉੱਥੇ ਆਕਸੀਜਨ ਅਤੇ ਨਾਈਟ੍ਰੋਜਨ ਵੀ ਅਬਜ਼ੋਰਬ ਕਰਨ ਲੱਗ ਜਾਂਦੀਆਂ ਨੇ ਜਿਹੜੀਆਂ ਕਿ ਆਮ ਹੀ ਹਵਾ ਦੇ ਵਿੱਚ ਪਾਈਆਂ ਜਾਂਦੀਆਂ ਨੇ, ਤਾਂ ਉੱਥੇ ਆਪਣਾ ਸਪੈਕਟਰਾ ਸਹੀ ਨਹੀਂ ਆਉਂਦਾ। ਠੀਕ ਹੈ, ਤਾਂ ਇਹਦੇ ਵਿੱਚ ਰਿਕਾਰਡ ਕਰਨ ਦੇ ਸਭ ਤੋਂ ਪਹਿਲਾਂ ਤਾਂ ਪ੍ਰੋਸੀਜਰ ਕੀ ਫੋਲੋ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਣਾ ਵੀ ਜਿਹੜਾ ਆਪਣੇ ਕੋਲ ਕੰਪਾਊਂਡ ਹੈ, ਠੀਕ ਹੈ, ਉਹ ਸੋਲਿਡ ਫਾਰਮ ਦੇ ਵਿੱਚ ਹੈ ਜਾਂ ਲਿਕੁਇਡ ਫਾਰਮ ਦੇ ਵਿੱਚ ਹੈ। ਠੀਕ ਹੈ, ਅਤੇ ਮਤਲਬ ਜੇ ਉਹ ਸੋਲਿਡ ਜੇ ਤਾਂ ਪਹਿਲਾਂ ਲਿਕੁਇਡ ਫਾਰਮ ਦੇ ਵਿੱਚ ਹੈ, ਠੀਕ ਹੈ, ਤਾਂ ਆਪਾਂ ਐਜ਼ ਸੱਚ ਉਹਦਾ ਜਿਹੜਾ ਯੂਵੀ ਸਪੈਕਟਰਾ ਲੈ ਲਾਂਗੇ। ਠੀਕ ਹੈ, ਜੇ ਬਹੁਤ ਜ਼ਿਆਦਾ ਕੰਸਨਟ੍ਰੇਸ਼ਨ ਵੱਧ ਜਾਂਦੀ ਆ ਉਹਦੀ, ਮਤਲਬ ਬਹੁਤ ਜ਼ਿਆਦਾ ਕੰਸਨਟ੍ਰੇਟਡ ਹੈ, ਤਾਂ ਉਹਨੂੰ ਡਾਈਲਿਊਟ ਕਰਨ ਦੀ ਲੋੜ ਪੈਂਦੀ ਹੈ। ਨਹੀਂ, ਉਹਨੂੰ ਡਾਈਲਿਊਟ ਕਰਨ ਦੀ ਵੀ ਨਹੀਂ ਲੋੜ ਪੈਂਦੀ, ਆਪਾਂ ਐਜ਼ ਸੱਚ ਉਹਦਾ ਯੂਵੀ ਸਪੈਕਟਰਾ ਜਿਹੜਾ ਆਪਾਂ ਲੈ ਲੈਂਦੇ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਚੀਜ਼ ਆ ਜਾਂਦੀ ਹੈ ਆਪਣੇ ਕੋਲ ਉਹ ਹੈ ਵੀ ਜੇ ਸੋਲਿਡ ਹੈ ਤਾਂ ਜੇ ਸੋਲਿਡ ਹੈ ਤਾਂ ਆਪਾਂ ਉਹਨੂੰ ਡਿਜ਼ੋਲਵ ਕਰਾਂਗੇ ਪਹਿਲਾਂ ਕਿਸੇ ਸੋਲਵੈਂਟ ਦੇ ਵਿੱਚ, ਸੁਟੇਬਲ ਸੋਲਵੈਂਟ ਦੇ ਵਿੱਚ ਆਪਾਂ ਡਿਜ਼ੋਲਵ ਕਰਾਂਗੇ। ਹਰੇਕ 'ਚ ਨਹੀਂ ਆਪਾਂ ਕਰ ਸਕਦੇ, ਆਪਾਂ ਨੂੰ ਸੋਲਵੈਂਟ ਇਹੋ ਜਿਹਾ ਲੈਣਾ ਪਊਗਾ ਜਿਹੜਾ ਉਸ ਰੀਜਨ ਦੇ ਵਿੱਚ, ਮੰਨ ਲਓ ਆਪਾਂ 200 ਤੋਂ 400 ਨੈਨੋਮੀਟਰ ਦੇ ਵਿੱਚ ਸਟੱਡੀ ਕਰਨੀ ਆ ਉਸ ਕੰਪਾਊਂਡ ਦੀ, ਤਾਂ ਇਹੋ ਜਿਹਾ ਆਪਾਂ ਸੋਲਵੈਂਟ ਲਵਾਂਗੇ ਜਿਹੜਾ 200 ਤੋਂ 400 ਦੇ ਵਿੱਚ ਐਬਜ਼ੋਰਬ ਨਾ ਕਰੇ, ਬਿਲਕੁਲ ਵੀ ਐਬਜ਼ੋਰਪਸ਼ਨ ਉਹਦੀ ਨਾ ਹੋਵੇ 200 ਤੋਂ 400 ਨੈਨੋਮੀਟਰ ਦੇ ਵਿੱਚ, ਇਹੋ ਜਿਹਾ ਆਪਾਂ ਸੋਲਵੈਂਟ ਲਵਾਂਗੇ। ਠੀਕ ਹੈ, ਦੂਸਰੀ ਚੀਜ਼ ਸੋਲਵੈਂਟ ਇਹੋ ਜਿਹਾ ਲਵਾਂਗੇ ਆਪਾਂ ਵੀ, ਚਲੋ ਸੋਲਵੈਂਟ ਬਾਰੇ ਆਪਾਂ ਬਾਅਦ 'ਚੋਂ ਪੜ੍ਹਾਂਗੇ, ਉਹਦਾ ਅਗਲਾ ਸੈਕਸ਼ਨ ਇੱਕ ਅਲੱਗ ਸੈਕਸ਼ਨ ਹੈ ਸੋਲਵੈਂਟ ਬਾਰੇ। ਠੀਕ ਹੈ, ਅਤੇ ਉਹਦੇ ਵਿੱਚ ਪੜ੍ਹਾਂਗੇ ਆਪਾਂ, ਅਤੇ ਉਸ ਤੋਂ ਬਾਅਦ ਫਿਰ ਹੀ ਉਹਨੂੰ ਡਿਜ਼ੋਲਵ ਕਰਕੇ ਉਹਦਾ ਸੋਲਿਊਸ਼ਨ ਬਣਾਇਆ ਜਾਂਦਾ। ਸੋਲਿਊਸ਼ਨ ਬਣਾ ਕੇ ਫਿਰ ਉਹਦਾ ਜਿਹੜਾ ਸਪੈਕਟਰਾ ਹੈ ਜਿਹੜਾ ਹੈ ਉਹ ਲਿਆ ਜਾਂਦਾ। ਮਤਲਬ ਆਪਾਂ ਜਿਹੜਾ ਸਪੈਕਟਰਾ ਲੈਣਾ ਯੂਵੀ ਸਪੈਕਟਰਾ ਹਮੇਸ਼ਾ ਲਿਕੁਇਡ ਸਟੇਟ ਦੇ ਵਿੱਚ ਹੀ ਲੈਣਾ। ਠੀਕ ਹੈ, ਅਤੇ ਜਿਹੜੇ ਔਰਗੈਨਿਕ ਕੰਪਾਊਂਡਸ ਹੁੰਦੇ ਨੇ ਜ਼ਿਆਦਾਤਰ ਉਹ ਗੈਸਿਸ ਨਹੀਂ ਹੁੰਦੇ ਜਿਨ੍ਹਾਂ ਦਾ ਆਪਾਂ ਸਪੈਕਟਰਾ ਇਹ ਸਪੈਕਟਰਾ ਲੈਂਦੇ ਹਾਂ ਯੂਵੀ ਸਪੈਕਟਰਾ। ਇਹ ਕਈ ਕੰਪਾਊਂਡਸ ਦਾ ਹੀ ਆਉਂਦਾ, ਸਾਰੇ ਔਰਗੈਨਿਕ ਕੰਪਾਊਂਡਸ ਦਾ ਨਹੀਂ ਆਉਂਦਾ। ਠੀਕ ਹੈ, ਤਾਂ ਕਈ ਜਿਹੜੇ ਹੁੰਦੇ ਨੇ ਉਹ ਮਤਲਬ ਕਈ ਕਿਉਂ, ਮਤਲਬ ਸਾਰੇ ਹੀ ਜਿਹੜੇ ਲਿਕੁਇਡ ਜਾਂ ਸੋਲਿਡਸ ਹੁੰਦੇ ਨੇ, ਗੈਸ ਕੋਈ ਵੀ ਨਹੀਂ ਹੁੰਦਾ ਜਿਨ੍ਹਾਂ ਦਾ ਯੂਵੀ ਸਪੈਕਟਰਾ ਆਉਂਦਾ, ਤਾਂ ਕਰਕੇ ਆਪਾਂ ਗੈਸਿਸ ਕੰਸੀਡਰ ਨਹੀਂ ਕਰਦੇ ਇੱਥੇ। ਠੀਕ ਹੈ, ਉਸ ਤੋਂ ਬਾਅਦ ਜ਼ਿਆਦਾਤਰ ਯੂਜ਼ਡ ਜਿਹੜੇ ਸੋਲਵੈਂਟ ਨੇ ਉਹ ਕਿਹੜੇ ਨੇ ਆਪਣੇ ਕੋਲ, ਵਾਟਰ, ਇਥੇਨੋਲ ਅਤੇ ਹੈਕਸੇਨ। ਉਸ ਤੋਂ ਬਾਅਦ ਹੈ ਆਪਣੇ ਕੋਲ ਇੰਸਟਰੂਮੈਂਟੇਸ਼ਨ। ਇੰਸਟਰੂਮੈਂਟੇਸ਼ਨ ਮਤਲਬ ਕਿਵੇਂ ਜਿਹੜਾ ਹੈ ਇਹਦੇ ਵਿੱਚ ਉਹ ਮਤਲਬ ਕੀ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਹੁੰਦੀਆਂ ਨੇ ਇੰਸਟਰੂਮੈਂਟ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਜਿਹੜਾ ਯੂਵੀ ਸਪੈਕਟਰਾ ਰਿਕਾਰਡ ਕਰਨ ਦੇ ਲਈ ਇੰਸਟਰੂਮੈਂਟ ਆਪਾਂ ਯੂਜ਼ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਯੂਵੀ ਸਪੈਕਟਰੋਫੋਟੋਮੀਟਰ। ਠੀਕ ਹੈ, ਯੂਵੀ ਸਪੈਕਟਰੋਫੋਟੋਮੀਟਰ। ਫੋਟੋ ਆਪਾਂ ਲਾਇਆ ਵਰਡ ਇਹਦੇ ਵਿੱਚ ਤਾਂ ਕਿਉਂਕਿ ਆਪਾਂ ਲਾਈਟ ਦੀਆਂ ਜਿਹੜੀਆਂ ਰੇਜ਼ ਨੇ, ਠੀਕ ਹੈ, ਸਨਲਾਈਟ ਹੈ ਜਿਹੜੀ ਉਹ ਯੂਜ਼ ਕਰਦੇ ਹਾਂ, ਉਹਦੇ ਲਈ ਆਪਾਂ ਫੋਟੋ ਵਰਡ ਹੈ ਜਿਹੜਾ ਉਹ ਯੂਜ਼ ਕਰਦੇ ਹਾਂ। ਠੀਕ ਹੈ, ਸਪੈਕਟਰੋ ਕਿਉਂਕਿ ਸਪੈਕਟਰੋਸਕੋਪੀ ਹੈ, ਮੀਟਰ ਅੱਗੇ ਕਿਉਂਕਿ ਉਹਨੂੰ ਮੈਜ਼ਰ ਕਰਨ ਵਾਸਤੇ ਯੂਜ਼ ਕਰਦੇ ਹਾਂ ਤਾਂ ਸਪੈਕਟਰੋਫੋਟੋਮੀਟਰ। ਠੀਕ ਹੈ, ਯੂਵੀ ਰੇਡੀਏਸ਼ਨਸ ਯੂਜ਼ ਕਰਦੇ ਹਾਂ ਤਾਂ ਯੂਵੀ ਸਪੈਕਟਰੋਫੋਟੋਮੀਟਰ ਉਹਦਾ ਨਾਮ ਬਣ ਜਾਂਦਾ। ਉਸ ਤੋਂ ਬਾਅਦ ਇਹਦੇ ਕਈ ਪਾਰਟ ਨੇ, ਜਿਹੜਾ ਇਹ ਇੰਸਟਰੂਮੈਂਟ ਹੈ ਇਹਦੇ ਕਈ ਪਾਰਟ ਨੇ। ਪਹਿਲਾ ਪਾਰਟ ਜਿਹੜਾ ਹੈ ਇਹਦਾ ਉਹ ਹੈ ਸੋਰਸ ਆਫ ਰੇਡੀਏਸ਼ਨ, ਜਿਹੜਾ ਸੋਰਸ ਆਪਾਂ ਨੂੰ ਰੇਡੀਏਸ਼ਨਸ ਦਊਗਾ। ਆਪਾਂ ਨਾਲ ਦੀ ਨਾਲ ਇਹਨੂੰ ਡਿਸਕਸ ਵੀ ਕਰਦੇ ਚੱਲਦੇ। ਠੀਕ ਹੈ, ਸੋਰਸ ਆਫ ਰੇਡੀਏਸ਼ਨ ਕਿਹੜਾ ਹੋਊਗਾ ਵੀ ਜਿਹੜਾ ਆਪਾਂ ਨੂੰ ਰੇਡੀਏਸ਼ਨਸ ਪ੍ਰੋਵਾਈਡ ਕਰੂਗਾ। ਜਿੱਦਾਂ ਆਪਾਂ ਯੂਵੀ ਸਪੈਕਟਰਾ ਫਾਈਂਡ ਆਊਟ ਕਰਨਾ ਸਿਰਫ ਯੂਵੀ, ਠੀਕ ਹੈ, ਫਿਰ ਉਹਦੇ ਵਾਸਤੇ ਆਪਾਂ ਨੂੰ ਹਾਈਡਰੋਜਨ ਜਾਂ ਡਿਊਟੀਰੀਅਮ ਲੈਂਪ ਚਾਹੀਦਾ, ਹਾਈਡਰੋਜਨ ਜਾਂ ਡਿਊਟੀਰੀਅਮ ਲੈਂਪ। ਠੀਕ ਹੈ, ਜੇ ਆਪਾਂ ਨੇ ਸਟੱਡੀ ਕਰਨੀ ਹੈ ਵਿਜ਼ੀਬਲ ਰੀਜਨ ਦੇ ਵਿੱਚ ਫਿਰ ਆਪਾਂ ਨੂੰ ਚਾਹੀਦੀ ਹੈ ਟੰਗਸਟਨ ਫਿਲਾਮੈਂਟ ਲੈਂਪ। ਠੀਕ ਹੈ, ਟੰਗਸਟਨ ਫਿਲਾਮੈਂਟ ਲੈਂਪ ਆਪਾਂ ਯੂਜ਼ ਕਰਾਂਗੇ ਜੇ ਆਪਾਂ ਵਿਜ਼ੀਬਲ ਰੀਜਨ ਹੈ ਜਿਹੜਾ ਉਹ ਉਹਦੇ ਉੱਪਰ ਸਟੱਡੀ ਕਰਨੀ ਹੈ। ਠੀਕ ਹੈ, ਨੈਕਸਟ ਹੈ ਆਪਣੇ ਕੋਲ ਉਸ ਤੋਂ ਬਾਅਦ ਇੱਥੋਂ ਲਾਈਟ ਨਿਕਲ ਕੇ ਮੋਨੋਕ੍ਰੋਮੈਟਰ ਦੇ ਵਿੱਚ ਚਲੀ ਜਾਊਗੀ। ਮੋਨੋਕ੍ਰੋਮੈਟਰ ਕੀ ਹੁੰਦਾ, ਮੋਨੋਕ੍ਰੋਮੈਟਿਕ ਲਾਈਟ ਹੁੰਦੀ ਹੈ ਜਿਹੜੀ, ਉਹਦਾ ਮਤਲਬ ਹੁੰਦਾ ਵੀ ਜਿਹਦੇ ਵਿੱਚ ਸਿਰਫ ਇੱਕੋ ਹੀ ਵੇਵਲੈਂਥ ਦੀ ਲਾਈਟ ਹੋਵੇ, ਹੋਰ ਕੋਈ ਵੀ ਵੇਵਲੈਂਥ ਨਾ ਹੋਵੇ। ਉਹਦੇ ਵਿੱਚ ਜੇ ਕੋਈ ਹੈਗੀ ਆ ਵੇਵਲੈਂਥ ਤਾਂ ਉਹਨੂੰ ਆਪਾਂ ਕੱਢ ਦਿੰਦੇ ਹਾਂ। ਠੀਕ ਹੈ, ਉਸ ਵੇਵਲੈਂਥ ਨੂੰ ਕੱਢਣ ਦੇ ਲਈ ਹੁਣ ਜਦੋਂ ਆਪਣੇ ਕੋਲ ਸੋਰਸ ਤੋਂ ਰੇਡੀਏਸ਼ਨਸ ਆਉਣਗੀਆਂ ਉਹ ਬਹੁਤ ਜ਼ਿਆਦਾ, ਜਿਵੇਂ ਆਪਾਂ ਮੰਨ ਲਓ ਯੂਵੀ ਰੀਜਨ ਕਰਦੇ ਹਾਂ, ਠੀਕ ਹੈ, ਉੱਥੇ 100 ਤੋਂ ਲੈ ਕੇ 400 ਤੱਕ ਵੇਵਲੈਂਥ ਦੀਆਂ, ਹਰੇਕ ਵੇਵਲੈਂਥ ਦੀ ਰੇਡੀਏਸ਼ਨ ਹੋਊਗੀ। 101, 2, 3, 4, 5, 6 ਐਵੇਂ ਲੈ ਕੇ 399, 400 ਤੱਕ ਦੀਆਂ ਉਹਦੇ ਵਿੱਚ ਰੇਡੀਏਸ਼ਨਸ ਹੋਣਗੀਆਂ, ਪਰ ਆਪਾਂ ਇੱਕ ਟਾਈਮ 'ਤੇ ਸਿਰਫ ਇੱਕੋ ਹੀ ਵੇਵਲੈਂਥ ਦੀ ਰੇਡੀਏਸ਼ਨ ਯੂਜ਼ ਕਰਨੀ ਹੈ। ਠੀਕ ਹੈ,
ਤਾਂ ਉਹਦੇ ਲਈ ਆਪਾਂ ਮੋਨੋਕੋਮੀਟਰ ਯੂਜ਼ ਕਰਦੇ ਹਾਂ। ਇੱਕ ਵੇਵਲੈਂਥ ਲੈ ਲਈ ਆਪਾਂ, ਮੰਨ ਲਓ 200 ਲੈ ਲਈ, ਠੀਕ ਹੈ, 200 'ਤੇ ਰੀਡਿੰਗ ਲੈ ਲਈ। ਉਸ ਤੋਂ ਬਾਅਦ 201 ਲੈ ਲਈ, ਉਹ 'ਤੇ ਰੀਡਿੰਗ ਲੈ ਲਈ, 202 'ਤੇ ਰੀਡਿੰਗ ਲੈ ਲਈ, 203, 4, 5, 6, 7, 8 ਜਿੰਨੇ ਤੱਕ ਉਹਦੀ ਐਬਜ਼ੋਰਪਸ਼ਨ ਹੈ ਉੱਥੇ ਤੱਕ ਆਪਾਂ ਕੱਲੀ ਵੇਵਲੈਂਥ ਦੇ ਉੱਪਰ ਜਿਹੜਾ ਮਤਲਬ ਸਪੈਕਟਰੋਫੋਟੋਮੀਟਰ ਹੈ ਉਹਦੀ ਰੀਡਿੰਗ ਲੈਂਦਾ। ਤਾਂ ਉਹ ਕੱਲੀ ਵੇਵਲੈਂਥ ਕਰਨ ਦੇ ਲਈ ਉਹਨੂੰ ਮੋਨੋਕੋਮੀਟਰ ਦੀ ਲੋੜ ਪੈਂਦੀ ਹੈ। ਉਸ ਤੋਂ ਬਾਅਦ 2 ਸੈਲਸ ਹੁੰਦੇ ਆ ਆਪਣੇ ਕੋਲ ਮੋਨੋਕੋਮੀਟਰ 'ਚੋਂ, ਆਪਣੇ ਕੋਲ ਜਿਹੜੇ ਹੈਗੇ ਨੇ 2 ਲਾਈਟ ਦੀਆਂ ਰੇਜ਼ ਆਉਂਦੀਆਂ ਨੇ ਆਪਣੇ ਕੋਲ ਬਾਹਰ। ਇੱਕ ਜਾਂਦੀ ਹੈ ਰੈਫਰੈਂਸ ਸੈੱਲ ਦੇ ਵਿੱਚ, ਇੱਕ ਜਾਂਦੀ ਹੈ ਸੈਂਪਲ ਸੈੱਲ ਦੇ ਵਿੱਚ। ਹੁਣ ਰੈਫਰੈਂਸ ਸੈੱਲ ਕੀ ਹੈ? ਰੈਫਰੈਂਸ ਸਭ ਤੋਂ ਪਹਿਲਾਂ ਸੈਂਪਲ ਸੈੱਲ 'ਤੇ ਆ ਜਾਓ। ਸੈਂਪਲ ਸੈੱਲ ਕੀ ਹੈ? ਜਿਹੜਾ ਆਪਾਂ ਸੋਲਵੈਂਟ ਦੇ ਵਿੱਚ ਡਿਜ਼ੋਲਵ ਕਰਕੇ ਕੰਪਾਊਂਡ ਲਿਆ ਉਸਨੂੰ ਆਪਾਂ ਕਹਿੰਦੇ ਸੈਂਪਲ, ਠੀਕ ਹੈ। ਹੁਣ ਮੰਨ ਲਓ ਆਪਾਂ ਮੰਨ ਕੇ ਚੱਲਿਆ ਵੀ ਸੋਲਵੈਂਟ ਐਬਜ਼ੋਰਬ ਨਹੀਂ ਕਰਦਾ, ਮੰਨ ਲਓ 1 ਜਾਂ 2 ਯੂਨਿਟ ਜਿਹੜੇ ਹੈ ਲਾਈਟ ਦੇ ਉਹ ਸੋਲਵੈਂਟ ਨੇ ਐਬਜ਼ੋਰਬ ਕਰ ਲਏ, ਠੀਕ ਹੈ, ਕਿਉਂਕਿ ਕੋਈ ਵੀ ਚੀਜ਼ ਐਗਜ਼ੈਕਟ ਨਹੀਂ ਹੁੰਦੀ 100%, ਮਾੜੀ ਮੋਟਾ ਤਾਂ ਫਰਕ ਰਹਿ ਜਾਂਦਾ, ਠੀਕ ਹੈ। ਤਾਂ ਮੰਨ ਲਓ 1 ਜਾਂ 2% ਐਬਜ਼ੋਰਬ ਕਰ ਲਈ ਸੋਲਵੈਂਟ ਨੇ, ਤਾਂ ਉਹ ਚੀਜ਼ ਐਜ਼ ਏ ਰੈਫਰੈਂਸ ਆਪਾਂ ਉਹਨੂੰ ਲੈ ਕੇ ਚੱਲਦੇ ਹਾਂ ਸੋਲਵੈਂਟ ਨੂੰ। ਮਤਲਬ ਇੱਕ ਆਪਾਂ ਸੈਂਪਲ ਸੈੱਲ ਲਵਾਂਗੇ ਜਿਹਦੇ ਵਿੱਚ ਸੋਲਵੈਂਟ ਪਲੱਸ ਜਿਹੜਾ ਤੁਹਾਡਾ ਕੰਪਾਊਂਡ ਹੈ ਉਹ ਹੋਊਗਾ। ਦੂਸਰਾ ਜਿਹੜਾ ਆਪਾਂ ਲਵਾਂਗੇ ਸੈੱਲ ਉਹ ਹੋਊਗਾ ਰੈਫਰੈਂਸ ਸੈੱਲ ਜਿਹਦੇ ਵਿੱਚ ਪਿਓਰ ਸੋਲਵੈਂਟ ਹੋਊਗਾ। ਮਤਲਬ ਰੈਫਰੈਂਸ ਸੈੱਲ ਦੇ ਵਿੱਚ ਜਿਹੜੀ ਲਾਈਟ ਜਾਊਗੀ, ਠੀਕ ਹੈ, ਅੱਗੇ ਜਾ ਕੇ ਡਿਟੈਕਟਰ ਕੋਲ ਜਾਊਗੀ। ਉਸ ਤੋਂ ਬਾਅਦ ਸੈਂਪਲ ਸੈੱਲ ਦੇ ਵਿੱਚ ਜਿਹੜੀ ਲਾਈਟ ਜਾਊ ਉਹ ਵੀ ਅੱਗੇ ਜਾ ਕੇ ਡਿਟੈਕਟਰ ਕੋਲ ਜਾਊਗੀ। ਉਹ ਅੱਗੇ ਹੁਣ ਕੰਮ ਕਿਵੇਂ ਕਰੂਗਾ? ਆਪਾਂ ਡਿਟੈਕਟਰ 'ਤੇ ਦੇਖਦੇ ਹਾਂ। ਡਿਟੈਕਟਰ ਜਿਹੜਾ ਹੁੰਦਾ ਉਹ ਕੀ ਕਰਦਾ? ਉਹ ਦੋਨੇ ਰੇਜ਼ ਜਿਹੜੀਆਂ ਉਹਦੇ ਕੋਲ ਆਉਂਦੀਆਂ ਨੇ, ਰੈਫਰੈਂਸ ਸੈੱਲ ਵਾਲੀ ਵੀ ਅਤੇ ਸੈਂਪਲ ਸੈੱਲ ਵਾਲੀ ਵੀ, ਦੋਨਾਂ ਨੂੰ ਕੰਪੇਅਰ ਕਰਤਾ। ਮੰਨ ਲਓ ਰੈਫਰੈਂਸ ਸੈੱਲ ਵਾਲੀ ਹੈ ਜਿਹੜੀ, ਉਹਦੀ ਵੈਲਿਊ 2 ਆ ਰਹੀ ਹੈ, ਠੀਕ ਹੈ, ਅਤੇ ਸੈਂਪਲ ਸੈੱਲ ਵਾਲੀ ਦੀ ਵੈਲਿਊ ਆ ਰਹੀ ਹੈ ਆਪਣੇ ਕੋਲ 150। ਤਾਂ ਉਹ ਕੀ ਕਰੂਗਾ? ਦੋਨਾਂ ਨੂੰ ਸਬਟਰੈਕਟ ਕਰ ਲੂਗਾ, 148 ਰਹਿ ਗਿਆ। 150 ਆ ਰਹੀ ਸੀ ਸੈਂਪਲ ਸੈੱਲ ਦੀ, 2 ਯੂਨਿਟ ਲਾਈਟ ਹੈ ਜਿਹੜੀ ਉਹ ਰੈਫਰੈਂਸ ਸੈੱਲ ਨੇ ਐਬਜ਼ੋਰਬ ਕਰ ਲਈ। ਤਾਂ ਮਤਲਬ ਸੈਂਪਲ ਹੈ ਜਿਹੜਾ ਉਹ 2 ਯੂਨਿਟ ਲਾਈਟ ਐਬਜ਼ੋਰਬ ਕਰ ਰਿਹਾ। ਤਾਂ ਟੋਟਲ ਜਿਹੜਾ ਆਪਾਂ ਕੰਪਾਊਂਡ ਹੈ ਉਹਦੀ ਐਬਜ਼ੋਰਪਸ਼ਨ ਕਿੰਨੀ ਹੋ ਗਈ? 150 ਸੀਗੀ ਸੈਂਪਲ ਦੀ, ਰੈਫਰੈਂਸ ਦੀ ਸੀਗੀ 2। ਤਾਂ ਜਿਹੜਾ ਆਪਣਾ ਕੰਪਾਊਂਡ ਹੈ ਉਹਦੀ ਹੋ ਗਈ 150 - 2, ਮਤਲਬ 148 ਯੂਨਿਟ ਹੈ ਜਿਹੜਾ ਉਹ ਸਿਰਫ ਕੰਪਾਊਂਡ ਨੇ ਐਬਜ਼ੋਰਬ ਕੀਤਾ, ਠੀਕ ਹੈ। ਕਿਉਂਕਿ ਜੇ ਸੋਲਿਊਸ਼ਨ ਆਪਾਂ ਦੇਖਦੇ ਹਾਂ, ਸੋਲਿਊਸ਼ਨ ਦੇ ਵਿੱਚ ਜਿਹੜਾ ਸੋਲਵੈਂਟ ਹੈ ਉਹ ਤਾਂ ਜਿੰਨੀ ਰੈਫਰੈਂਸ 'ਚ ਐਬਜ਼ੋਰਬ ਕਰੂਗਾ ਉਨੀ ਹੀ ਉਹ ਸੈਂਪਲ ਸੈੱਲ ਦੇ ਵਿੱਚ ਕਰੂਗਾ, ਤਾਂ ਉਹਨੂੰ ਆਪਾਂ ਸਬਟਰੈਕਟ ਕਰ ਦਾਂਗੇ, ਠੀਕ ਹੈ। ਇਸ ਪਰਪਸ ਲਈ ਆਪਾਂ ਰੈਫਰੈਂਸ ਸੈੱਲ ਲੈਂਦੇ ਹਾਂ। ਕਈ ਥਾਵਾਂ ਕੀ ਹੁੰਦੀਆਂ ਨੇ, ਕਈ ਥਾਵਾਂ 'ਤੇ ਆਪਾਂ ਕੀ ਕਰਦੇ ਹਾਂ, ਆਪਣੇ ਕੋਲ 2 ਸਲਿੱਟਸ ਨਹੀਂ ਹੁੰਦੀਆਂ, ਮਤਲਬ ਇਹਨੂੰ ਆਪਾਂ ਕਹਿੰਦੇ ਹਾਂ ਡਬਲ ਸਲਿੱਟ। ਮਤਲਬ ਇੱਕ ਸਲਿੱਟ ਇੱਧਰ ਦੀ ਜਾ ਰਹੀ ਹੈ, ਇੱਕ ਸਲਿੱਟ ਇੱਧਰ ਦੀ ਜਾ ਰਹੀ ਹੈ, ਤਾਂ ਇਹਨੂੰ ਆਪਾਂ ਡਬਲ ਸਲਿੱਟ ਸਪੈਕਟਰੋਫੋਟੋਮੀਟਰ ਕਹਿੰਦੇ ਹਾਂ, ਠੀਕ ਹੈ। ਪਰ ਕਈਆਂ ਦੇ ਵਿੱਚ ਕੀ ਹੁੰਦਾ, ਇੱਕੋ ਹੀ ਸਲਿੱਟ ਜਾਂਦੀ ਹੁੰਦੀ ਆ। ਉੱਥੇ ਆਪਾਂ ਕੀ ਕਰਾਂਗੇ? ਪਹਿਲਾਂ ਸੈਂਪਲ ਸੈੱਲ ਪਾਵਾਂਗੇ, ਉਹਦੀ ਰੀਡਿੰਗ ਲਵਾਂਗੇ, ਉਹਨੂੰ ਕੱਢਾਂਗੇ, ਦੁਬਾਰੇ ਰੈਫਰੈਂਸ ਸੈੱਲ ਪਾਵਾਂਗੇ, ਉਹਦੀ ਰੀਡਿੰਗ ਲਵਾਂਗੇ। ਮਤਲਬ ਇੱਕ ਦੀ ਰੀਡਿੰਗ ਲੈ ਕੇ ਉਹਨੂੰ ਕੱਢਿਆ, ਦੂਸਰਾ ਪਾਤਾ, ਉਹਦੀ ਰੀਡਿੰਗ ਲੈ ਲਈ, ਠੀਕ ਹੈ। ਐਂ ਆਪਾਂ ਨੂੰ ਵਾਰ-ਵਾਰ ਕਰਨਾ ਪਊਗਾ। ਉਹਨੂੰ ਆਪਾਂ ਕਹਿੰਦੇ ਹਾਂ ਸਿੰਗਲ ਸਲਿੱਟ, ਠੀਕ ਹੈ, ਸਿੰਗਲ ਸਲਿੱਟ ਫੋਟੋਮੀਟਰ, ਸਪੈਕਟਰੋਫੋਟੋਮੀਟਰ। ਇਹ ਜਿਹੜਾ ਹੈ ਜਿਹਦੇ ਵਿੱਚ ਰੈਫਰੈਂਸ ਸੈਂਪਲ ਦੋਨੇ ਇਕੱਠੇ ਰੱਖੇ ਜਾ ਸਕਦੇ, ਉਹਨੂੰ ਆਪਾਂ ਕਹਿੰਦੇ ਡਬਲ ਸਲਿੱਟ ਫੋਟੋਮੀਟਰ, ਸਪੈਕਟਰੋਫੋਟੋਮੀਟਰ, ਠੀਕ ਹੈ। ਉਸ ਤੋਂ ਬਾਅਦ ਡਿਟੈਕਟਰ ਨੇ ਆਪਣਾ ਕੰਮ ਕਰਤਾ। ਉਸ ਤੋਂ ਬਾਅਦ ਡਿਟੈਕਟਰ ਨੇ ਦੇਖ ਲਿਆ ਵੀ ਇਸ ਵੇਵਲੈਂਥ 'ਤੇ ਇੰਨੀ ਐਬਜ਼ੋਰਪਸ਼ਨ ਹੋਈ, ਠੀਕ ਹੈ। ਤਾਂ ਉਹ ਕੀ ਕਰੂਗਾ? ਸਾਰੀਆਂ ਵੇਵਲੈਂਥਸ ਦੇ ਉੱਪਰ ਜਿੰਨੀ ਐਬਜ਼ੋਰਪਸ਼ਨ ਹੋਈ ਆ ਸਾਰਿਆਂ ਦਾ ਗ੍ਰਾਫ ਪਲਾਟ ਕਰੂਗਾ। ਉਹ ਗ੍ਰਾਫ ਕੌਣ ਪਲਾਟ ਕਰੂਗਾ? ਰਿਕਾਰਡਰ। ਡਿਟੈਕਟਰ ਤੋਂ ਸਿਗਨਲ ਲਊਗਾ ਵੀ ਕਿਹੜੀ ਵੇਵਲੈਂਥ 'ਤੇ ਕਿੰਨੀ ਐਬਜ਼ੋਰਪਸ਼ਨ ਹੋਈ, ਉਸ ਦੇ ਹਿਸਾਬ ਨਾਲ ਰਿਕਾਰਡਰ ਹੈ ਜਿਹੜਾ ਉਹ ਆਟੋਮੈਟਿਕ ਹੋਊਗਾ, ਉਹਦਾ ਗ੍ਰਾਫ ਪਲਾਟ ਕਰ ਦੂਗਾ। ਆਪਾਂ ਨੂੰ ਗ੍ਰਾਫ ਮਿਲ ਜੂਗਾ, ਆਪਾਂ ਨੂੰ ਸਿਰਫ ਆ ਪੀਕ ਤਾਂ ਹੀ ਮਤਲਬ ਹੈ, ਸਿਰਫ ਵੀ ਕਿੱਥੇ ਪੀਕ ਆਉਂਦੀ ਹੈ, ਠੀਕ ਹੈ। ਇਹ ਹੈ ਜਿਹੜਾ ਆਪਣਾ ਇੰਸਟਰੂਮੈਂਟੇਸ਼ਨ ਹੈ UV ਸਪੈਕਟਰ ਦੀ, ਠੀਕ ਹੈ। ਉਸ ਤੋਂ ਬਾਅਦ ਇਹ ਸਾਰਾ ਆਪਾਂ ਪੜ੍ਹ ਲਿਆ। ਉਸ ਤੋਂ ਬਾਅਦ ਹੈ ਪ੍ਰੈਜੈਂਟੇਸ਼ਨ ਆਫ ਸਪੈਕਟਰਾ। ਹੁਣ ਸਪੈਕਟਰ ਨੂੰ ਆਪਾਂ ਪ੍ਰੈਜੈਂਟ ਕਿਵੇਂ ਕਰਦੇ ਹਾਂ? ਜਿਹੜਾ ਪ੍ਰੈਜੈਂਟੇਸ਼ਨ ਆਫ ਸਪੈਕਟਰਾ ਹੈ ਉਹਦੇ ਵਿੱਚ ਰਿਕਾਰਡਰ ਦੇਖੋ, ਸਭ ਤੋਂ ਪਹਿਲਾਂ ਰਿਕਾਰਡਰ ਦੇ ਵਿੱਚ ਇੱਕ ਚੀਜ਼ ਜਿਹੜੀ ਤੁਹਾਨੂੰ ਦੱਸਣੀ ਹੈਗੀ ਉਹ ਇਹ ਵੀ ਐਬਜ਼ੋਰਪਸ਼ਨ ਨੂੰ ਆਪਾਂ ਵਾਈ ਐਕਸਿਸ 'ਤੇ ਲਵਾਂਗੇ, ਠੀਕ ਹੈ। ਵੇਵਲੈਂਥ ਹੈ ਜਿਹੜੀ ਉਹ ਐਕਸ ਐਕਸਿਸ 'ਤੇ ਲਵਾਂਗੇ। ਤਾਂ ਇਸ ਤਰੀਕੇ ਨਾਲ ਜਿਹੜਾ ਆਪਣੇ ਕੋਲ ਗ੍ਰਾਫ ਬਣੂਗਾ ਨਾ, ਗ੍ਰਾਫ ਦਾ ਇੱਕ ਨਾਮ ਹੁੰਦਾ, ਨਾਮ ਉਹਦਾ ਕੀ ਹੈ? ਐਬਜ਼ੋਰਪਸ਼ਨ ਸਪੈਕਟਰਾ, ਠੀਕ ਹੈ। ਇਹ ਯਾਦ ਰੱਖਣਾ ਵੀ ਗ੍ਰਾਫ ਦਾ ਜਿਹੜਾ ਹੈ ਉਹਨੂੰ ਸਿੰਪਲ ਗ੍ਰਾਫ ਨਹੀਂ ਕਹਿਣਾ ਆਪਾਂ, ਉਸਨੂੰ ਕੀ ਕਹਿਣਾ ਆਪਾਂ? ਐਬਜ਼ੋਰਪਸ਼ਨ ਸਪੈਕਟਰਾ ਜਾਂ ਐਬਜ਼ੋਰਪਸ਼ਨ ਸਪੈਕਟਰਮ, ਠੀਕ ਹੈ। ਉਸ ਤੋਂ ਬਾਅਦ ਪ੍ਰੈਜੈਂਟੇਸ਼ਨ ਆਫ ਸਪੈਕਟਰਾ। ਇੱਕ ਤੁਹਾਨੂੰ ਐਗਜ਼ਾਮਪਲ ਦੇ ਵਾਸਤੇ ਸਪੈਕਟਰਾ ਦਿਖਾਇਆ ਮੈਂ, ਠੀਕ ਹੈ। ਉਹ ਸਪੈਕਟਰਾ ਜਿਹੜਾ ਹੈ ਇਹ ਹੈ ਆਪਣੇ ਕੋਲੇ 1,3 ਬਿਊਟਾਡਾਈਨ ਦਾ, ਠੀਕ ਹੈ। 1,3 ਬਿਊਟਾਡਾਈਨ ਦਾ ਸਪੈਕਟਰਾ ਹੈ ਇਹ ਹੈਕਸੇਨ ਦੇ ਵਿੱਚ ਆਪਾਂ ਲਿਆ, ਹੈਕਸੇਨ ਦੇ ਵਿੱਚ ਇਹਨੂੰ ਡਿਜ਼ੋਲਵ ਕਰਕੇ, ਠੀਕ ਹੈ। ਉਸ ਤੋਂ ਬਾਅਦ ਇਹਦਾ ਜਿਹੜਾ ਸਪੈਕਟਰਾ ਹੈ, ਸਪੈਕਟਰ 'ਚ ਦੇਖਦੇ ਹਾਂ ਇਹਨੂੰ ਧਿਆਨ ਨਾਲ, 200 ਤੋਂ ਆਪਾਂ ਸਟਾਰਟ ਕਰਨਾ, 220, 240, 260 ਐਂ, ਮਤਲਬ ਜਿਹੜੀ ਇਹਦੀ ਅਬਜ਼ੋਰਪਸ਼ਨ ਹੈ 200 ਤੋਂ ਆਪਾਂ ਸਪੈਕਟਰਾ ਸਟਾਰਟ ਕੀਤਾ, ਠੀਕ ਹੈ। ਪਰ ਇਹਦੀ ਅਬਜ਼ੋਰਪਸ਼ਨ ਦੇਖੋ, ਇਹਦੀ ਵੈਲਿਊ 0.4 'ਤੇ ਸੀ 200 'ਤੇ, ਮਤਲਬ ਇਹ ਪਹਿਲਾਂ ਹੀ ਅਬਜ਼ੋਰਬ ਕਰਨ ਲੱਗ ਗਿਆ। ਜੋ ਧਿਆਨ ਦਓਗੇ ਤਾਂ 200 ਤੋਂ ਪਹਿਲਾਂ ਹੀ ਇਹ ਐਬਜ਼ੋਰਬ ਕਰਦਾ, ਪਰ ਆਪਾਂ 200 ਤੋਂ ਹੀ ਸਟੱਡੀ ਕਰਨੀ ਹੈ ਤਾਂ 200 ਤੋਂ ਬਾਅਦ ਆਪਾਂ ਹਰੇਕ ਵੈਲਿਊ 'ਤੇ ਸਪੈਕਟਰਾ ਲੈ ਲਿਆ। ਉਸ ਤੋਂ ਬਾਅਦ 200 ਤੋਂ ਸਟਾਰਟ ਕਰਕੇ ਇਹ ਕਿੱਥੇ ਤੱਕ ਗਿਆ? 260 ਤੱਕ ਅਪਰੋਕਸੀਮੇਟਲੀ ਇਹ ਜਿਹੜਾ ਹੈ ਉਹ
ਐਬਜ਼ੋਰਬ ਕਰ ਰਿਹਾ 260 ਤੋਂ ਬਾਅਦ ਜਾ ਕੇ ਇਹਦਾ ਗ੍ਰਾਫ ਕੰਟੀਨਿਊਸ ਹੋ ਜਾਂਦਾ, ਮਤਲਬ ਐਬਜ਼ੋਰਬ ਨਹੀਂ ਕਰਦਾ ਹੈ ਉਸ ਤੋਂ ਬਾਅਦ। ਠੀਕ ਹੈ, ਤਾਂ ਇਹਦੀ ਜਿਹੜੀ ਪੀਕ ਆਈ ਉਸ ਤੋਂ ਬਾਅਦ ਉਹ ਕਿੰਨੇ 'ਤੇ ਆਈ, ਲੈਮਡਾ ਮੈਕਸ, ਮਤਲਬ ਕਿਹੜੀ ਲੈਮਡਾ ਵੈਲਿਊ 'ਤੇ ਮੈਕਸੀਮਮ ਵੈਲਿਊ ਆਈ ਜਿਹੜੀ ਐਬਜ਼ੋਰਪਸ਼ਨ ਦੀ, ਉਸ ਨੂੰ ਆਪਾਂ ਕਹਾਂਗੇ ਲੈਮਡਾ ਮੈਕਸ। ਉਹ ਕਿੰਨੇ 'ਤੇ ਆਈ, 217 ਨੈਨੋਮੀਟਰ 'ਤੇ ਆਈ। ਠੀਕ ਹੈ, ਉਸ ਤੋਂ ਬਾਅਦ ਇਹ ਚੀਜ਼ ਹੋ ਗਈ। ਠੀਕ ਹੈ, ਹੁਣ ਜੇ ਆਪਾਂ ਧਿਆਨ ਨਾਲ ਦੇਖਦੇ ਹਾਂ ਸਪੈਕਟਰ ਦੇ ਵਿੱਚ ਸਿਰਫ ਇੱਕੋ ਹੀ ਪੀਕ ਹੈ। ਠੀਕ ਹੈ, ਤਾਂ ਆਪਾਂ ਨੂੰ ਗ੍ਰਾਫ ਵਾਰ-ਵਾਰ ਡਰਾ ਕਰਨ ਦੀ ਲੋੜ ਨਹੀਂ, ਜੇ ਆਪਾਂ ਸਿਰਫ ਲਿਖਣਾ ਹੈ। ਠੀਕ ਹੈ, ਵੀ ਰਿਪੋਰਟ ਕਰਨੀ ਆਪਾਂ ਕਿਸੇ ਨੂੰ, ਮੰਨ ਲਓ ਆਪਾਂ ਨੂੰ ਕਿਸੇ ਨੇ ਟਾਸਕ ਦਿੱਤਾ ਵੀ ਇਹਦਾ UV ਸਪੈਕਟਰਾ ਕੱਢੋ। ਠੀਕ ਹੈ, ਆਪਾਂ ਇੱਦਾਂ ਨਹੀਂ ਹੈ ਜਾ ਕੇ ਉਹਦੇ ਮੂਹਰੇ ਗ੍ਰਾਫ ਰੱਖ ਦਾਂਗੇ, ਆਪਾਂ ਸਿਰਫ ਉਹਦੇ ਰਿਪੋਰਟ ਕਰਨੀ ਹੈ ਵੀ ਕਿੰਨੇ 'ਤੇ ਪੀਕ ਆਈ, ਮੈਕਸੀਮਮ ਪੀਕ ਕਿੰਨੇ 'ਤੇ ਆਈ, ਆਪਾਂ ਸਿਰਫ ਉਹਨੂੰ ਵੈਲਿਊ ਦੱਸਣੀ। ਠੀਕ ਹੈ, ਤਾਂ ਵੈਲਿਊ ਦੱਸਣ ਦੇ ਲਈ ਕੋਈ ਹੋਰ ਫੈਕਟਰ ਵੀ ਤਾਂ ਚਾਹੀਦਾ ਨਾ, ਇੱਦਾਂ ਨਹੀਂ ਹੈਗਾ ਆਪਾਂ ਵੀ ਇਕੱਲਾ ਲੈਮਡਾ ਹੀ ਜਾ ਕੇ ਇੱਕ ਚੀਜ਼ ਨਾਲ ਆਪਾਂ ਨੂੰ ਦੱਸ ਦਾਂਗੇ ਵੀ ਜੀ ਇੰਨੇ ਨੈਨੋਮੀਟਰ ਦੇ ਉੱਪਰ ਸਾਡੀ ਮੈਕਸੀਮਮ ਵੈਲਿਊ ਆਈ। ਤਾਂ ਆਪਾਂ ਨੂੰ ਹੋਰ ਜਿਹੜਾ ਫੈਕਟਰ ਇੱਥੇ ਚਾਹੀਦਾ ਉਹ ਇੱਥੇ ਆਪਾਂ ਯੂਜ਼ ਕਰਾਂਗੇ ਐਪਸਾਈਲਨ। ਐਪਸਾਈਲਨ ਆਪਾਂ ਨੂੰ ਕੀ ਪਤਾ ਕੀ ਹੁੰਦਾ ਗਾ, ਮੋਲਰ ਐਬਜ਼ੋਰਪਟਿਵਿਟੀ ਜਾਂ ਫਿਰ ਮੋਲਰ ਐਕਸਟੈਂਸ਼ਨ ਕੋਫੀਸ਼ੀਐਂਟ। ਠੀਕ ਹੈ, ਐਪਸਾਈਲਨ ਜਿਹੜਾ ਹੈ ਉਹ ਦੱਸੂਗਾ ਵੀ ਕਿੰਨੀ ਇੰਟੈਂਸਿਟੀ ਹੈ ਉਸ ਐਬਜ਼ੋਰਪਸ਼ਨ ਦੀ, ਕਿੰਨੀ ਇੰਟੈਂਸ ਐਬਜ਼ੋਰਪਸ਼ਨ ਹੈ, ਮਤਲਬ ਐਬਜ਼ੋਰਪਸ਼ਨ ਸਟਰੋਂਗ ਹੋਈ ਆ ਜਾਂ ਐਬਜ਼ੋਰਪਸ਼ਨ ਵੀਕ ਹੋਈ ਆ, ਮਤਲਬ ਕਿੰਨੀ ਜ਼ਿਆਦਾ ਐਬਜ਼ੋਰਪਸ਼ਨ ਹੋਈ ਆ ਉਹਦੀ ਵੈਲਿਊ ਦੱਸੂਗਾ। ਮਤਲਬ ਜੇ ਇੱਦਾਂ ਦੇਖੀਏ ਗ੍ਰਾਫ ਤੋਂ ਤਾਂ ਉਹਦੀ ਹਾਈਟ ਦੱਸੂਗਾ। ਠੀਕ ਹੈ, ਇੱਕ ਤਰੀਕੇ ਨਾਲ ਐਪਸਾਈਲਨ ਹੈ ਜਿਹੜਾ ਉਹ ਹਾਈਟ ਦੱਸਦਾ ਐਬਜ਼ੋਰਪਸ਼ਨ ਦੀ, ਵੀ ਕਿੰਨੀ ਜ਼ਿਆਦਾ ਐਬਜ਼ੋਰਪਸ਼ਨ ਹੋਈ ਹੈ ਜਾਂ ਕਿੰਨੀ ਘੱਟ ਐਬਜ਼ੋਰਪਸ਼ਨ ਹੋਈ ਹੈ। ਆਪਾਂ ਤਾਂ ਉਹਦੇ ਨਾਲ ਲੈਮਡਾ ਮੈਕਸ ਦੇ ਨਾਲ ਆਪਾਂ ਲਿਖਾਂਗੇ ਕਿ ਐਪਸਾਈਲਨ ਜਾਂ ਫਿਰ ਐਪਸਾਈਲਨ ਮੈਕਸ। ਠੀਕ ਹੈ, ਐਪਸਾਈਲਨ ਮੈਕਸ ਲਿਖਾਂਗੇ, ਉਹਦਾ ਮਤਲਬ ਕੀ ਹੈ, ਐਪਸਾਈਲਨ ਐਟ ਲੈਮਡਾ ਮੈਕਸ। ਠੀਕ ਹੈ, ਇੱਕ ਗੱਲ ਹੋਰ, ਲੈਮਡਾ ਮੈਕਸ ਨੂੰ ਆਪਾਂ ਪੜ੍ਹਾਂਗੇ ਕੀ, ਲਿਖਣਾ ਲੈਮਡਾ ਮੈਕਸ ਆ, ਪਰ ਜਦੋਂ ਆਪਾਂ ਪੜ੍ਹਾਂਗੇ ਉਹਨੂੰ ਆਪਾਂ ਪੜ੍ਹਾਂਗੇ ਵੇਵਲੈਂਥ ਆਫ ਮੈਕਸੀਮਮ ਐਬਜ਼ੋਰਪਸ਼ਨ। ਠੀਕ ਹੈ, ਇਹੋ ਜਿਹੀ ਵੇਵਲੈਂਥ ਜਿੱਥੇ ਐਬਜ਼ੋਰਪਸ਼ਨ ਮੈਕਸੀਮਮ ਹੋ ਰਹੀ ਹੈ, ਇਹਨੂੰ ਪੜ੍ਹਨ ਲੈਮਡਾ ਮੈਕਸ ਨਹੀਂ ਪੜ੍ਹਨਾ ਹੈਗਾ, ਇਹਨੂੰ ਪੜ੍ਹਨਾ ਵੇਵਲੈਂਥ ਆਫ ਮੈਕਸੀਮਮ ਐਬਜ਼ੋਰਪਸ਼ਨ। ਠੀਕ ਹੈ, ਉਸ ਤੋਂ ਬਾਅਦ ਲੈਮਡਾ ਦੇ ਨਾਲ ਆਪਾਂ ਐਪਸਾਈਲਨ ਲਿਖਾਂਗੇ। ਠੀਕ ਹੈ, ਜਿਵੇਂ ਐਪਸਾਈਲਨ ਇਸ ਦੀ ਐਪਸਾਈਲਨ ਦੀ ਵੈਲਿਊ ਹੈ 20,900। ਠੀਕ ਹੈ, ਤਾਂ ਆਪਾਂ 1,3 ਬਿਊਟਾਡਾਈਨ ਦੀ ਜੇ ਆਪਾਂ ਰਿਪੋਰਟਿੰਗ ਕਰਨੀ ਹੈ, ਕਿਸੇ ਨੇ ਆਪਾਂ ਨੂੰ ਸਪੈਕਟਰਾ ਦਿੱਤਾ, ਆਪਾਂ ਉਹਨੂੰ ਰਿਪੋਰਟ ਭੇਜਣੀ ਹੈ, ਤਾਂ ਆਪਾਂ ਕੀ ਲਿਖਾਂਗੇ, 1,3 ਬਿਊਟਾਡਾਈਨ ਲੈਮਡਾ ਮੈਕਸ ਇਜ਼ ਇਕੁਅਲ ਟੂ 217 ਨੈਨੋਮੀਟਰ, ਬ੍ਰੈਕਟ ਦੇ ਵਿੱਚ ਲਿਖਾਂਗੇ ਐਪਸਾਈਲਨ ਇਜ਼ ਇਕੁਅਲ ਟੂ 2900। ਠੀਕ ਹੈ, ਬਸ ਇੰਨੀ ਕੁ ਦੀ ਰਿਪੋਰਟਿੰਗ ਹੈ। ਆਪਾਂ ਮਤਲਬ ਇੱਥੇ ਗ੍ਰਾਫ ਨਹੀਂ ਡਰਾ ਕਰਨੇ ਹੈਗੇ, ਆਪਾਂ ਸਿਰਫ ਉਹਦੀ ਲੈਮਡਾ ਮੈਕਸ ਜਿਹੜੀ ਵੈਲਿਊ ਹੈ ਉਹ ਦੇਖਣੀ ਹੈ, ਵੇਵਲੈਂਥ ਆਫ ਮੈਕਸੀਮਮ ਐਬਜ਼ੋਰਪਸ਼ਨ ਕਿੰਨੀ ਹੈ, ਸਿਰਫ ਉਹਦੀ ਉਹ ਵੈਲਿਊ ਆਪਾਂ ਲਿਖਣੀ ਹੈ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਅਪੀਅਰੈਂਸ ਆਫ ਬ੍ਰੌਡ ਬੈਂਡਸ ਐਂਡ ਨਾਟ ਸ਼ਾਰਪ ਪੀਕਸ। ਜੇ ਤੁਸੀਂ ਦੇਖਿਆ ਹੋਊਗਾ ਸਪੈਕਟਰਾ ਇਹਦਾ, ਠੀਕ ਹੈ, ਇੱਥੇ ਮੈਂ ਬਣਾਇਆ ਸੀਗਾ, ਇਹ ਇੱਕ ਤਰੀਕੇ ਨਾਲ ਬੈਂਡ ਹੀ ਹੈ। ਠੀਕ ਹੈ, ਸ਼ਾਰਪ ਪੀਕ ਨਹੀਂ ਹੈਗੀ, ਮਤਲਬ ਇੱਦਾਂ ਵੀ ਨਹੀਂ ਬਣਦੀ ਹੈਗੀ, ਉਲਟੀ ਵੀ ਨਹੀਂ ਬਣਦੀ ਹੈਗੀ। ਤਾਂ ਇਹਦਾ ਕੀ ਰੀਜ਼ਨ ਹੈ ਵੀ ਹਾਂ ਇੱਥੇ ਵੀ ਕਿਉਂ ਨਹੀਂ ਬਣੀ ਹੈਗੀ ਕਿ ਉਲਟੀ ਵੀ। ਠੀਕ ਹੈ, ਇਹਦਾ ਰੀਜ਼ਨ ਜਿਹੜਾ ਹੈ ਉਹ ਇਹ ਹੈ ਵੀ ਆਪਾਂ ਪਹਿਲਾਂ ਵੀ ਪੜ੍ਹਿਆ ਸੀਗਾ ਵੀ ਜਿਹੜੀ ਇਲੈਕਟ੍ਰੋਨਿਕ ਲੈਵਲਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਟ੍ਰਾਂਜੀਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਇਲੈਕਟ੍ਰੋਨਿਕ ਟ੍ਰਾਂਜੀਸ਼ਨਸ ਕਹਿ ਦਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਨੈਕਸਟ ਚੀਜ਼ ਹੈ ਆਪਣੇ ਕੋਲ ਉਹ ਕੀ ਹੈ ਵੀ ਇਲੈਕਟ੍ਰੋਨਿਕ ਲੈਵਲਸ ਹੁੰਦੇ ਨੇ ਜਿਹੜੇ ਉਹ ਫਰਦਰ ਉਹਨਾਂ ਦੇ ਵਿੱਚ ਇੱਕ ਤੋਂ ਵੱਧ ਵਾਈਬ੍ਰੇਸ਼ਨਲ ਲੈਵਲਸ ਹੁੰਦੇ ਨੇ, ਅਤੇ ਜਿਹੜੇ ਵਾਈਬ੍ਰੇਸ਼ਨਲ ਲੈਵਲਸ ਹੁੰਦੇ ਨੇ ਇੱਕ ਵਾਈਬ੍ਰੇਸ਼ਨਲ ਲੈਵਲ 'ਚ ਅੱਗੇ ਫਰਦਰ ਇੱਕ ਤੋਂ ਵੱਧ ਰੋਟੇਸ਼ਨਲ ਲੈਵਲਸ ਹੁੰਦੇ ਨੇ। ਠੀਕ ਹੈ, ਜਿਵੇਂ ਆਪਣੇ ਕੋਲ ਆਹ ਹੈ ਇਲੈਕਟ੍ਰੋਨਿਕ ਲੈਵਲ, ਇਹਨੂੰ ਆਪਾਂ ਨਾਮ ਦੇ ਦਿਓ E0, ਆਹ ਇਲੈਕਟ੍ਰੋਨਿਕ ਲੈਵਲ ਹੈ E1। ਠੀਕ ਹੈ, ਗਰਾਊਂਡ ਸਟੇਟ, ਐਕਸਾਈਟਡ ਸਟੇਟ। ਉਸ ਤੋਂ ਬਾਅਦ ਇਹਦੇ E0 ਤੇ ਅੱਗੇ 3 ਆਪਾਂ ਵਾਈਬ੍ਰੇਸ਼ਨਲ ਲੈਵਲਸ ਬਣਾਏ ਨੇ, ਇਹਨੂੰ ਆਪਾਂ ਕਹਾਂਗੇ V ਇਜ਼ ਇਕੁਅਲ ਟੂ 0, V ਇਜ਼ ਇਕੁਅਲ ਟੂ 1, V ਇਜ਼ ਇਕੁਅਲ ਟੂ 2। ਇਸੇ ਤਰ੍ਹਾਂ ਹੀ ਆ E1 ਹੈ ਤਾਂ V ਡੈਸ਼ ਇਜ਼ ਇਕੁਅਲ ਟੂ 0, V ਡੈਸ਼ ਇਜ਼ ਇਕੁਅਲ ਟੂ 1, V ਡੈਸ਼ ਇਜ਼ ਇਕੁਅਲ ਟੂ 2। ਠੀਕ ਹੈ, ਉਸ ਤੋਂ ਬਾਅਦ ਜਦੋਂ ਫਰਦਰ ਦੇਖਾਂਗੇ ਤਾਂ V ਇਜ਼ ਇਕੁਅਲ ਟੂ 0 ਵਾਸਤੇ ਆਪਣੇ ਕੋਲੇ 4 ਰੋਟੇਸ਼ਨਲ ਲੈਵਲਸ ਨੇ। ਰੋਟੇਸ਼ਨਲ ਲੈਵਲ ਨੂੰ ਆਪਾਂ J ਨਾਲ ਰਿਪਰਜੈਂਟ ਕਰਦੇ ਹਾਂ, J ਇਜ਼ ਇਕੁਅਲ ਟੂ 0, 1, 2, 3। ਠੀਕ ਹੈ, ਇੱਦਾਂ ਹੀ J ਡੈਸ਼ ਇਜ਼ ਇਕੁਅਲ ਟੂ 0, 1, 2, 3, J ਡਬਲ ਡੈਸ਼ ਇਜ਼ ਇਕੁਅਲ ਟੂ 0, 1, 2, 3। ਠੀਕ ਹੈ, ਇਸੇ ਤਰ੍ਹਾਂ ਹੀ ਆਹ ਇਹਨੂੰ ਆਪਾਂ ਕੀ ਕਹਾਂਗੇ, J1 ਕਰ ਲਓ। ਠੀਕ ਹੈ, J1 ਇਜ਼ ਇਕੁਅਲ ਟੂ 0, 1, 2, 3, J1 ਡੈਸ਼ ਇਜ਼ ਇਕੁਅਲ ਟੂ 0, 1, 2, 3, J1 ਡਬਲ ਡੈਸ਼ ਇਜ਼ ਇਕੁਅਲ ਟੂ 0, 1, 2, 3। ਠੀਕ ਹੈ, ਤਾਂ ਇੱਕ ਜੇ ਇੱਥੇ ਦੇਖੋਗੇ ਤੁਸੀਂ ਇੱਕ ਇਲੈਕਟ੍ਰੋਨਿਕ ਲੈਵਲ ਵਾਸਤੇ 3 ਵਾਈਬ੍ਰੇਸ਼ਨਲ ਲੈਵਲਸ ਨੇ ਅਤੇ ਇੱਕ ਵਾਈਬ੍ਰੇਸ਼ਨਲ ਲੈਵਲ ਵਾਸਤੇ ਅੱਗੇ 4 ਰੋਟੇਸ਼ਨਲ ਲੈਵਲਸ ਨੇ, ਮਤਲਬ ਇੱਕ ਇਲੈਕਟ੍ਰੋਨਿਕ ਲੈਵਲ ਦੇ ਵਿੱਚ 12 ਰੋਟੇਸ਼ਨਲ ਲੈਵਲਸ ਹੋ ਗਏ। ਠੀਕ ਹੈ, ਹੁਣ ਜੇ ਤਾਂ ਇੱਥੋਂ ਇੱਥੇ ਟ੍ਰਾਂਜੀਸ਼ਨ ਹੁੰਦੀ ਹੈ, ਠੀਕ ਹੈ, ਇੱਥੇ ਮੰਨ ਲਓ ਟ੍ਰਾਂਜੀਸ਼ਨ ਹੋਈ ਆਪਣੇ ਕੋਲੇ E0 ਤੋਂ E1। ਠੀਕ ਹੈ, ਇਹ ਟ੍ਰਾਂਜੀਸ਼ਨ ਹੋ ਗਈ ਆਪਣੇ ਕੋਲੇ, ਲਾਈਨ ਥੋੜ੍ਹੀ ਜਿਹੀ ਟੇਢੀ ਹੋ ਗਈ, ਪਰ ਲਾਈਨ ਜਿਹੜੀ ਹੈ ਆਪਾਂ ਵਰਟੀਕਲ ਡਰਾ ਕਰਨੀ ਹੈ, ਇਸ ਚੀਜ਼ ਦਾ ਧਿਆਨ ਰੱਖਿਓ।
मेथों थोड़ी जी टेढ़ी हो गई, गलती नाल होई जाती है। वर्टिकल लाइन ड्रॉ करनी है आप, बिल्कुल वर्टिकल, माड़ी मोटी भी नहीं टेढ़ी करनी, ठीक है। तो ये ट्रांजिशन है अपने को E0 तो E1, ठीक है। हुण इत्थे तो एक ट्रांजिशन हो गई, पर जे यही ट्रांजिशन आप इधर देखिए, इत्थे V0 तो इत्थे भी हो सकती है, V0 तो V1 ते भी हो सकती है, V0 तो V2 ते भी हो सकती है, या फिर V1 तो V0, V1 तो V1, V1 तो V2, ये तो भी इदां ही 3 ट्रांजिशन पॉसीबल ने, ठीक है। इत्थे जिहड़ी एक ट्रांजिशन सी उत्थे इत्थे 9 ट्रांजिशनस बन गई, ये चीज़ का ध्यान रखियो, ठीक है। हुण जे इहनूं कंपेयर करोगे, पहलां अगे आ जाओ रोटेशनल ते, जे इत्थों देखोगे 1 4, 1 तो 4 हो गई, इस 1 तो फिर इधर 4 8, फिर इस 1 तो इधर 4 कितनियां हो गई 12, मतलब एक इत्थों जे लाइन देखिए वो तो 12 ट्रांजिशन उपरलियां 12 लाइनां पॉसीबल ने, ठीक है। दूसरी लाइन दियाँ भी 12 होणगियां, तीसरी दियाँ भी 12, चौथी दियाँ भी 12, ठीक है। टोटल ये 12 ने, आ भी टोटल 12 ने, तो कितनियां हो गई टोटल 144, ठीक है। ये 9 बनिया सी, इत्थे सिर्फ एक ट्रांजिशन सी, मतलब जे यदि एक ट्रांजिशन है वाइब्रेशनल लैवल्स उही 9 ट्रांजिशनस हो सकदियां ने, तो रोटेशनल लैवल्स उही ट्रांजिशनस 144 हो सकदियां ने, ठीक है। तो कहने का भाव की है भी एक इलैक्ट्रॉनिक लैवल दे विच आपां जिहड़ी एक ट्रांजिशन दिखती है वो एक ट्रांजिशन नहीं हुंदी, वो जे वाइब्रेशनल च देखते हैं 9 ट्रांजिशनस होंदियां ने, जे वाइब्रेशनल अगे फरदर रोटेशनल च देखणगे तो 144 ट्रांजिशनां बन जांदियां ने। तो जे एक आपां पढ़िया सी पहली वीडियो दे विच भी, जे एक ट्रांजिशन होगी तो लाइन बनूगी स्पैक्टर दे विच, जे 2 या 3 या 4 ट्रांजिशनस होणगियां तो पीक बनूगी, ठीक है। जे ट्रांजिशनस उस तो वध जांदियां ने तो अपने कोले ब्रॉड बैंड बनूगा। यही कारण है भी जिहड़ा यूवी स्पैक्ट्रा है इलैक्ट्रॉनिक ट्रांजिशन जिथे होंदियां ने उत्थे वो ट्रांजिशनस प्योरली इलैक्ट्रॉनिक नहीं होंदियां, उन्हां दे विच वाइब्रेशनल ते रोटेशनल लैवल्स भी ऐड हो जाते हैं, तो वो वाइब्रेशनल ते रोटेशनल ट्रांजिशनां भी उहदे विच ऐड हो जांदियां ने, तां करके वो प्योरली इलैक्ट्रॉनिक नहीं रहिंदियां ते उन्हां दे विच पीक नहीं बनदी, ब्रॉड बैंड बनदा, ठीक है। हुण ब्रॉड बैंड बनन दा कारण समझो भी ब्रॉड बैंड क्यों बनदा, ये चीज़ ध्यान नाल समझियो। इत्थे एक ट्रांजिशन है, ठीक है, एनर्जी गैप मैं इत्थे लाइन बनाई है, स्केल बनाया, इत्थों तुसीं एनर्जी गैप इहदे नाल माप लिओ कितना हो गया, ठीक है। हुण ये एक ट्रांजिशन है जिहड़ी इहदा वाइब्रेशनल लैवल जे इत्थों इत्थे ट्रांजिशन हुंदी है आ वाली, ठीक है, तो ये ट्रांजिशन की एनर्जी इस ट्रांजिशन के बराबर है, ठीक है। पर जे यही ट्रांजिशन इत्थों हुई तो इहदी एनर्जी वध गई, ठीक है, तो जे यही ट्रांजिशन इत्थों हुई तो इहदी एनर्जी घट गई। मतलब कहने का की भाव है, मैं इत्थे छोटा जिहा ड्रॉ करूँगा, मान लो हुण आ इत्थे आपां नूं पता डेल्टा E इज इक्वल टू HC/λ, सारी स्पैक्ट्रोस्कोपी इस इक्वेशन के आले दुआले घूमती है, ठीक है। हुण इत्थे मान लो गैप सीगा, उहदे वास्ते लैमडा की वैल्यू की आ गई λ1, ठीक है, आ पई है λ1 अपने कोले, इस ट्रांजिशन वास्ते भी λ1 आ गई, ठीक है। हुण इत्थे जाके इस ट्रांजिशन ते एनर्जी वध गई, एनर्जी वधी तो इहदे हिसाब नाल लैमडा की होगी, घटूगी, लैमडा घटूगी तो मतलब इत्थे आऊगी लैमडा की वैल्यू, ठीक है। जिहड़ी λ1 ते आउंदी सी वैल्यू पहलां वो ट्रांजिशन हुण इत्थे होगी, तो जे आपां इहदे विच जाने आ ट्रांजिशन ते, ठीक है, इत्थे एनर्जी घट गई एज़ कंपेयर टू दिस वन, जे एनर्जी घट गई तो लैमडा वधूगी, मतलब लैमडा की मैक्सिमम वध वैल्यू तो जिहड़ी है लैमडा की वध वैल्यू होगी, उसे ट्रांजिशन सेम है, ठीक है, ट्रांजिशन आही रह रही है E0 तो E1, पर अगे जो फरदर वाइब्रेशनल लैवल्स देखते हैं आपां तो उही ट्रांजिशनां इधर उधर शिफ्ट हो जांदियां ने। जो आप अगे रोटेशनल च जावांगे तो इस तरह ही इदां, मतलब कई सारियां ट्रांजिशनस बन जाणगियां इदां, ठीक है। वो बहुत सारियां जिहड़ियां ट्रांजिशनस बन जाणगियां उन्हां दे विच, पर एक गल की होऊगी जिहड़ी आ ट्रांजिशन है, क्योंकि मेन ट्रांजिशन है, इस तरह ही आह, ठीक है, इस तरह ही ये जिहड़ा विचाले तो विचाले तक होगी ट्रांजिशन, ओहो ये ट्रांजिशन एच भी आ रही है, एच भी आ रही है, एच भी आ रही है, तो ये ट्रांजिशन 3 गुणा होगी, मतलब जिहड़ी λ1 ते ट्रांजिशन हो रही सी 3 गुणा ते आ गई, तो जिहड़ी पीक होगी वो इत्थे ही रहूगी। ये चीज़ का ध्यान रखियो, आसे पासे वालियां दी जिहड़ी है वो गिणती घट होगी या वध होगी, ठीक है। ये कंपैरेटिवली इन्हां दी गिणती घट वध होगी, तां करके जदों इहनूं ओवरऑल देखांगे तो एक तरीके नाल बैंड बन जाऊगा, लाइन नहीं बनूगी तो पीक नहीं बनूगी, जे पीक बनूगी तो ब्रॉड पीक बनूगी, नहीं फिर ब्रॉड बैंड बनूगा अपने कोले, शार्प पीक नहीं बनूगी। ये चीज़ का ध्यान रखियो, ठीक है। ये चीज़ हो सकता कईयां नूं समझ ना आई होवे, ठीक है, ये चीज़ दोबारे सुनिया एक बारी वीडियो, जे ये समझ नहीं आई तुहानूं, ठीक है, पर यह चीज़ समझनी बहुत जरूरी है। यदा क्वेश्चन आउंदा भी हुंदा हरेक बारी पेपर च भी, वाई यूवी स्पैक्ट्रोस्कोपी या यूवी स्पैक्ट्रा हैज़ ब्रॉड बैंड्स
एंड नॉट शार्प पीक्स। ठीक है, ये क्वेश्चन आऊगा ही आऊगा, हर एक बार आता, तो इस चीज़ का ध्यान रखियो। उस तो बाद वही चीज़ लिखी है जी मैं एक्सप्लेन की है। ठीक है, लाइन बनती है, पीक बनती है, या बैंड बनता, अपने को सिर्फ बैंड बनूगा या फिर ब्रॉड पीक बनूगी, मतलब शार्प पीक नहीं बननी, इदा ब्रॉड पीक बनूगी। ठीक है, नैक्सट है अपने को नैक्सट जो टॉपिक है वो अपने को है इलैक्ट्रॉनिक एक्साइटेशनस या इलैक्ट्रॉनिक ट्रांजिशनस। हुण इलैक्ट्रॉन्स ने जिहड़े आपां नूं पता ऑर्बिटल्स दे विच पए हुंदे मॉलिक्यूल्स दे विच। ठीक है, हुण वो ऑर्बिटल्स ने जिहड़े किन्ने तरह के हुंदे ने एक मॉलिक्यूल दे विच। आपां सब तो पहले तो वो देखना, वो आपां नूं कौन दसूगा, वो दसूगा मॉलिक्यूलर ऑर्बिटल थ्योरी फस्ट ईयर दे विच जिहड़ी कीती सी। मॉलिक्यूलर ऑर्बिटल थ्योरी की कहती है, कहती भी जे सिग्मा बॉन्ड बनता तो उत्थे दो तरह के ऑर्बिटल बनने, एक सिग्मा बॉन्डिंग, एक सिग्मा नॉन बॉन्डिंग, जिन्होंने आप सिग्मा स्टार भी कह दें। इस तरह ही जो पाई बॉन्ड बनता तो उत्थे भी दो बनने, एक पाई बॉन्डिंग जिन्होंने आप सिंपल पाई नाल लिखते हैं, एक पाई एंटी बॉन्डिंग जिन्होंने आप पाई स्टार नाल लिखते हैं। ठीक है, तो जोड़े लोन पेयर होंगे वो कितने रहते हैं, नॉन बॉन्डिंग ऑर्बिटल्स के जोड़े ना सिग्मा बॉन्ड बनाते ना पाई बॉन्ड बनाते हैं। ठीक है, एज इट इज़ पूरे के पूरे मॉलिक्यूल के उपर अनहाइब्रिडाइज्ड पे रहते हैं। ठीक है, उन्होंने आप की कहने नॉन बॉन्डिंग ऑर्बिटल्स, तो एन नाल उन्होंने आप रिप्रजेंट करते हैं, सिग्मा नूं सिग्मे नाल रिप्रजेंट करते हैं, पाई नूं पाई नाल रिप्रजेंट करते हैं। ठीक है, हुण जो इन्होंने देखा वेरीअस ऑर्बिटल्स ने जोड़े इन्हों की एनर्जी के अकॉर्डिंगली जो इन्होंने आप अरेंज करिए तो सिग्मा सब तो नीचे, फिर पाई आ जाता, फिर एन आ जाता, फिर पाई स्टार, फिर सिग्मा स्टार। ठीक है, हुण जो मॉलिक्यूल बनूगा तो जोड़े इलैक्ट्रॉन्स ने आ तीन ऑर्बिटल्स ने जोड़े तीन। ठीक है, जो मॉलिक्यूल बनूगा पहले तो बॉन्डिंग इलैक्ट्रॉन सिग्मा ते पाई च होणगे, जोड़े सिग्मा बॉन्ड बनणगे उन्होंने इलैक्ट्रॉन सिग्मा ऑर्बिटल च जाणगे, जोड़े पाई बॉन्ड बनणगे उन्होंने इलैक्ट्रॉन्स जोड़े ने वो पाई ऑर्बिटल्स दे विच जाणगे। हुण जिहड़े बॉन्डिंग दे विच टेक पार्ट नहीं करते, जिवें लोन पेयर रह जाते हैं, क्लोरीन ते 3 लोन पेयर पे होंदे आ, ऑक्सीजन ते 2 होंदे आ। ठीक है, नाइट्रोजन ते 1 लोन पेयर पिया हुंदा, वो कित्थे जांदे ने, वो जांदे ने एन दे विच। नॉन बॉन्डिंग जिहड़े लोन पेयर रह जांदे ने वो एन दे विच जांदे ने, पाई बॉन्ड्स वाले पाई ऑर्बिटल च जांदे ने, सिग्मा वाले सिग्मा ऑर्बिटल च जांदे ने, ते जिहड़े आ ने पाई स्टार ते सिग्मा स्टार क्योंकि हाई एनर्जी दे हुंदे ने। ठीक है, तो जिन्नी मॉलिक्यूल की एनर्जी लो होगी उन्ना ही ज़्यादा स्टेबल होगा वो। ठीक है, तो लो एनर्जी वाले सारे फिल हो जाते हैं, हाई एनर्जी वाले खाली रह जाते हैं। क्यों, क्योंकि उहदे नाल स्टेबिलिटी डिक्रीज होंदी है, अनस्टेबल हो जाता मॉलिक्यूल, तां करके उपरले जिहड़े ने स्टार वाले वो खाली रहणगे हमेशा। हुण जदों ये खाली ने तो इत्थों इलैक्ट्रॉन कदे भी जंप करके इन्हां तिन्नां चों इन्हां दोनां दे विच जा सकदा। ठीक है, तो जो जंप करके जाऊगा तो उत्थे की होगा, इलैक्ट्रॉनिक ट्रांजिशन। तो ये जिहड़ा प्रोसैस है जंपिंग ऑफ इलैक्ट्रॉन फ्रॉम these 3 orbitals to these 2 orbitals is known as electronic transition। ठीक है, इस नूं आपां इलैक्ट्रॉनिक ट्रांजिशन कहने। ਇਹਦੇ ਵਿੱਚ ਹੁੰਦਾ ਕੀ ਆ, 4 तरह ਦੀਆਂ इलैक्ट्रॉनिक ट्रांजिशनस अपने को पॉसिबल ने। एक गल का ध्यान रखियो, सिग्मा तो सिग्मा च ही जाऊगा, पाई तो पाई च ही जाऊगा। ठीक है, एन तो पाई च भी जा सकता, सिग्मा च भी जा सकता, पर सिग्मा तो पाई च कदे इलैक्ट्रॉन नहीं जाऊगा, पाई तो सिग्मा च कदे इलैक्ट्रॉन नहीं जाऊगा। ये चीज़ तो हमेशा ध्यान रखियो। ठीक है, एन चों किसी च भी जा सकता, सिग्मा चो सिग्मे च जाऊगा, पाई तो पाई च जाऊगा। ये चीज़ का ध्यान रखियो। ये सिलैक्शन रूल होंदा, वैसे थोड़े BSc लैवल तक सिलैक्शन रूल नहीं आते, पर फिर भी यही सिलैक्शन रूल होंदा भी सेम सिमेट्री के ऑर्बिटल्स दे विच ही ट्रांजिशन होगी। जे सिग्मा है तो सिग्मे च ही जाऊगा, पाई है तो पाई च ही जाऊगा। ठीक है, तो 4 तरह की ट्रांजिशन अपने को पॉसिबल ने, सिग्मा टू सिग्मा स्टार, एन टू सिग्मा स्टार, एन टू पाई स्टार, तो पाई टू पाई स्टार। ठीक है, सब तो पहली जिहड़ी है सिग्मा टू सिग्मा स्टार। हुण ये ट्रांजिशनस ने जिहड़ियां जदों सिग्मा ऑर्बिटल दे विचों इलैक्ट्रॉन सिग्मा स्टार ऑर्बिटल दे विच चला जाता। ठीक है, तो उस टाइम तो जी ट्रांजिशन होंगी है उसमें आप कहने सिग्मा टू सिग्मा स्टार ट्रांजिशन। सिंपल है, ये डेफिनेशन होगी पहला तो। उस तो बाद किहड़े मॉलिक्यूल्स ने जिन्हां दे विच ट्रांजिशनस देखने को मिलदियां ने। देखो, इलैक्ट्रॉन जा रहा सिग्मे तो जा भी रहा सिग्मे च, तो यह जे मॉलिक्यूल जिन्हां दे विच सिर्फ सिग्मा बॉन्ड बनूगा। ठीक है, सिर्फ सिग्मा बॉन्ड बनूगा। ठीक है, सिर्फ सिग्मा बॉन्ड किहड़े मॉलिक्यूल्स च बनदा, जिहड़े सैचूरेटेड होंदे ने। ठीक है, सैचूरेटेड किवें, जिवें एल्केन्स, सिर्फ एल्केन्स ने जिन्हां दे विच सिग्मा टू सिग्मा स्टार ट्रांजिशनस जिहड़ियां होंदियां ने, क्योंकि उन्हां दे विच ना कोई डबल जां ट्रिपल बॉन्ड होंदा, ना ही कोई लोन पेयर पिया होंदा। ठीक है, तो सैचूरेटेड मॉलिक्यूल जिन्हां दे विच सिर्फ सिग्मा बॉन्ड बनूगा वो ने एल्केन्स। तो ये जिहड़ियां ट्रांजिशनस ने सिर्फ एल्केन्स दे विच ही देखने को मिलदियां ने। फॉर एग्जाम्पल इथेन दे विच ये ट्रांजिशन जिहड़ी है 125 नैनोमीटर के उपर देखने को मिलती है। हुण जे ध्यान नाल देखोगे तो सिग्मा तो सिग्मा स्टार दे विच जो ट्रांजिशन होगी तो एनर्जी बहुत ज़्यादा है, इन्हां दे विच एनर्जी डिफरेंस बहुत ज़्यादा है। ठीक है, जो एनर्जी डिफरेंस इन्हां दे विच ज़्यादा है तो
ਆ ਰਿਲੇਸ਼ਨ ਨਾਲ ਲੈਮਡਾ ਕਿੱਥੇ ਆ ਗਈ, ਬਹੁਤ ਜ਼ਿਆਦਾ ਘੱਟ ਵੈਲਿਊ ਆਈ ਲੈਮਡਾ ਦੀ, ਬਹੁਤ ਜ਼ਿਆਦਾ ਘੱਟ, ਇੰਨੀ ਕੁ ਘੱਟ ਆਈ ਕਿ 125 ਨੈਨੋਮੀਟਰ ਰਹਿ ਗਈ। ਹੁਣ 200 ਤੋਂ ਘੱਟ ਗਈ, 200 ਤੋਂ ਘੱਟ ਗਈ ਤਾਂ ਇਹ ਵੈਕਿਊਮ ਰੀਜਨ ਦੇ ਵਿੱਚ ਚਲੀ ਗਈ, ਮਤਲਬ ਇਹਨੂੰ ਆਪਾਂ ਵੈਕਿਊਮ ਕ੍ਰੀਏਟ ਕੀਤੇ ਬਿਨਾਂ ਸਟੱਡੀ ਨਹੀਂ ਕਰ ਸਕਦੇ ਇਥੇਨ ਨੂੰ। ਠੀਕ ਹੈ, ਹੁਣ ਇਹਨੂੰ ਆਪਾਂ ਰਿਪਰਜੈਂਟ ਕਿਵੇਂ ਕਰਾਂਗੇ? ਰਿਪਰਜੈਂਟ ਕਰਨ ਦੇ ਲਈ ਆਪਾਂ ਜਿਹੜਾ ਸਿਗਮਾ ਬੌਂਡ ਹੈ ਉਹਦੇ ਦੋਨੇ ਇਲੈਕਟ੍ਰੋਨਸ ਬਣਾ ਲਏ, ਸਿਗਮਾ ਬੌਂਡ ਨਹੀਂ ਬਣਾਇਆ, ਦੋਨੇ ਇਲੈਕਟ੍ਰੋਨਸ ਬਣਾ ਲਏ। ਜਦੋਂ ਇੱਕ ਲਾਈਨ ਦੇ ਵਿੱਚ ਇਲੈਕਟ੍ਰੋਨਸ ਬਣਾਵਾਂਗੇ ਤਾਂ ਇਹਨੂੰ ਆਪਾਂ ਲਿਖਣਾ ਇਲੈਕਟ੍ਰੋਨਸ ਇਨ ਸਿਗਮਾ ਆਰਬਿਟਲ। ਠੀਕ ਹੈ, ਜਦੋਂ ਸਿਗਮਾ ਤੋਂ ਸਿਗਮਾ ਸਟਾਰ ਟ੍ਰਾਂਜੀਸ਼ਨ ਹੋਊਗੀ ਤਾਂ ਇਹ ਸਿਰਫ ਇਹਦਾ ਦਿਖਾਉਣ ਦਾ ਤਰੀਕਾ ਹੈ ਵੀ ਇੱਕ ਇਲੈਕਟ੍ਰੋਨ ਅਤੇ ਦੂਸਰਾ ਇਲੈਕਟ੍ਰੋਨ ਪਹਿਲਾਂ ਇੱਕ ਲਾਈਨ ਦੇ ਵਿੱਚ ਪਏ ਸੀ, ਫਿਰ ਇੱਕ ਇਲੈਕਟ੍ਰੋਨ ਦੂਸਰੇ ਇਲੈਕਟ੍ਰੋਨ ਦੇ ਉੱਪਰ ਆ ਜਾਊਗਾ, ਮਤਲਬ ਇੱਕ ਇਲੈਕਟ੍ਰੋਨ ਉੱਥੇ ਹੀ ਰਿਹਾ, ਦੂਸਰਾ ਇਲੈਕਟ੍ਰੋਨ ਜੰਪ ਕਰਕੇ ਉੱਪਰਲੇ ਔਰਬਿਟਲ 'ਚ ਚਲਾ ਗਿਆ ਤਾਂ ਉਹਨੂੰ ਆਪਾਂ ਇੱਕ ਇਲੈਕਟ੍ਰੋਨ ਦੇ ਉੱਪਰ ਦਿਖਾ ਦਾਂਗੇ। ਠੀਕ ਹੈ, ਤਾਂ ਇਹੀ ਹੁੰਦਾ ਆਪਣੇ ਕੋਲ ਸਿਗਮਾ ਸਟਾਰ ਔਰਬਿਟ। ਦਿਖਾਉਣ ਦਾ ਤਰੀਕਾ ਇਹੀ ਹੈ। ਠੀਕ ਹੈ, ਵੀ ਬਣਾ ਕੇ ਦਿਖਾਉਣਾ ਡਾਇਗਰਾਮ ਦੇ ਵਿੱਚ ਤਾਂ ਇੱਦਾਂ ਹੀ ਦਿਖਾਵਾਂਗੇ ਆਪਾਂ ਇਲੈਕਟ੍ਰੋਨ ਇਨ ਸਿਗਮਾ ਸਟਾਰ ਔਰਬਿਟਲ। ਵੈਸੇ ਜੇ ਤੁਸੀਂ ਸਿਗਮਾ ਸਟਾਰ ਆਰਬਿਟਲ ਬਣਾਉਣ ਲੱਗੋਗੇ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਊਗਾ ਅਤੇ ਉਸ ਤੋਂ ਬਾਅਦ ਸਹੀ ਵੀ ਨਹੀਂ ਬਣਦਾ, ਮਤਲਬ ਇਹ ਸੌਖਾ ਨਹੀਂ ਬਣਦਾ, ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗੂਗਾ ਅਤੇ ਸਹੀ ਬਣਨ ਦੇ ਚਾਂਸਿਸ ਵੀ ਬਹੁਤ ਘੱਟ ਹੁੰਦੇ ਨੇ। ਤਾਂ ਕਰਕੇ ਦਿਖਾਉਣ ਦੇ ਲਈ ਦੋਨੇ ਬੌਂਡ ਇੱਕ ਲਾਈਨ 'ਚ ਨੇ, ਦੋਨੇ ਇਲੈਕਟ੍ਰੋਨ ਇੱਕ ਲਾਈਨ 'ਚ ਨੇ, ਤਾਂ ਸਿਗਮਾ ਆਰਬਿਟਲ ਦੇ ਵਿੱਚ ਇਲੈਕਟ੍ਰੋਨਸ ਨੇ ਦੋਨੇ। ਜੇ ਇੱਕ ਇਲੈਕਟ੍ਰੋਨ ਦੂਸਰੇ ਇਲੈਕਟ੍ਰੋਨ ਦੇ ਉੱਪਰ ਹੈ ਤਾਂ ਉਹ ਇੱਕ ਇਲੈਕਟ੍ਰੋਨ ਸਿਗਮਾ ਸਟਾਰ ਦੇ ਵਿੱਚ ਸ਼ਿਫਟ ਹੋ ਗਿਆ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ N2 ਸਿਗਮਾ ਸਟਾਰ ਟ੍ਰਾਂਜੀਸ਼ਨਸ। ਠੀਕ ਹੈ, N2 ਸਿਗਮਾ ਸਟਾਰ ਟ੍ਰਾਂਜੀਸ਼ਨਸ ਨੇ ਜਿਹੜੀਆਂ ਇਹ ਕਿੱਥੋਂ ਹੋਣੀਆਂ, ਨਾਮ ਹੀ ਕਲੀਅਰ ਕਰ ਰਿਹਾ। N ਆਰਬਿਟਲ ਤੋਂ ਸਿਗਮਾ ਸਟਾਰ ਆਰਬਿਟਲ ਦੇ ਵਿੱਚ ਜਦੋਂ ਇਲੈਕਟ੍ਰੋਨ ਸ਼ਿਫਟ ਹੋਊਗਾ ਤਾਂ ਜਿਹੜੀ ਟ੍ਰਾਂਜੀਸ਼ਨ ਹੋਊਗੀ ਉਸਨੂੰ ਆਪਾਂ ਕਹਾਂਗੇ N2 ਸਿਗਮਾ ਸਟਾਰ ਟ੍ਰਾਂਜੀਸ਼ਨ। ਠੀਕ ਹੈ, ਹੁਣ ਜਿਹੜੀਆਂ ਇਹੋ ਜਿਹੀਆਂ ਟ੍ਰਾਂਜੀਸ਼ਨਸ ਨੇ ਆਪਣੇ ਕੋਲ, ਉਹ ਟ੍ਰਾਂਜੀਸ਼ਨਸ ਹੋਣਗੀਆਂ ਕਿੱਥੇ, ਜਿੱਥੇ N ਇਲੈਕਟ੍ਰੋਨਸ ਪ੍ਰੈਜੈਂਟ ਹੋਣਗੇ। N ਮਤਲਬ ਲੋਨ ਪੇਅਰ। ਹੁਣ ਸਿਗਮਾ ਬੌਂਡ ਹੋਣ ਸਾਰੇ ਪਹਿਲਾਂ ਤਾਂ, ਉਸ ਤੋਂ ਬਾਅਦ ਲੋਨ ਪੇਅਰ ਹੋਵੇ। ਇਹੋ ਜਿਹੇ ਕਿਹੜੇ ਕੰਪਾਊਂਡਸ ਹੁੰਦੇ ਆਪਣੇ ਕੋਲ ਜਿਨ੍ਹਾਂ ਦੇ ਵਿੱਚ ਹੈਟਰੋ ਐਟਮ ਪ੍ਰੈਜੈਂਟ ਹੁੰਦੇ, ਜਿਵੇਂ ਐਲਕੋਹਲ, ਅਮੀਨਸ ਹੋ ਗਈਆਂ, ਐਲਕਾਈਲ ਹੈਲਾਈਡਸ ਹੋ ਗਏ। ਐਲਕੋਹਲ ਤੇ ਆਕਸੀਜਨ 'ਤੇ 2 ਇਲੈਕਟ੍ਰੋਨ ਨੇ, ਨਾਈਟ੍ਰੋਜਨ 'ਤੇ 1 ਹੈ, ਅਮੀਨਸ 'ਚ ਐਲਕਾਈਲ ਹੈਲਾਈਡਸ 'ਤੇ 3 ਲੋਨ ਪੇਅਰ ਪਏ ਨੇ। ਤਾਂ ਉਹ ਲੋਨ ਪੇਅਰ ਨੇ ਜਿਹੜੇ N ਆਰਬਿਟਲਸ ਦੇ ਵਿੱਚ ਨੇ, ਉਹ ਸਿਗਮਾ ਸਟਾਰ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਸਕਦੇ। ਠੀਕ ਹੈ, ਉਸ ਤੋਂ ਬਾਅਦ ਇਹਦੀ ਐਗਜ਼ਾਮਪਲ ਉਹੀ ਸੇਮ ਚੀਜ਼ ਦਿਖਾਉਣ ਦੇ ਲਈ, ਇੱਕ ਇਲੈਕਟ੍ਰੋਨ ਕਾਰਬਨ ਦੇ ਉੱਪਰ ਦੋਨੇ ਪਏ ਸੀ ਪਹਿਲਾਂ, ਇੱਕ ਇਲੈਕਟ੍ਰੋਨ ਜਿਹੜਾ ਹੈ ਉਹ ਬੌਂਡ ਦੇ ਉੱਪਰ ਰੱਖਤਾ ਆਪਾਂ, ਸਿਗਮਾ ਬੌਂਡ ਹੈ। ਠੀਕ ਹੈ, ਤਾਂ ਸਿਗਮਾ ਸਟਾਰ ਸਿਗਮਾ ਦੇ ਉੱਪਰ ਹੀ ਹੋਊਗਾ, ਤਾਂ ਇੱਥੋਂ N ਤੋਂ ਇਹ ਇਲੈਕਟ੍ਰੋਨ ਇੱਥੇ ਸ਼ਿਫਟ ਹੋ ਗਿਆ, ਤਾਂ ਇਲੈਕਟ੍ਰੋਨ ਇਨ ਸਿਗਮਾ ਸਟਾਰ ਆਰਬਿਟਲ, ਇਲੈਕਟ੍ਰੋਨਸ ਇਨ N ਆਰਬਿਟਲ। N ਮਤਲਬ ਕਲੋਰੀਨ 'ਤੇ ਪਏ ਨੇ। ਠੀਕ ਹੈ, ਇਸੇ ਤਰੀਕੇ ਨਾਲ ਇਹਨੂੰ ਰਿਪਰਜੈਂਟ ਕਰਦੇ ਹਾਂ। ਅਤੇ ਹੁਣ ਜਦੋਂ ਧਿਆਨ ਨਾਲ ਦੇਖਾਂਗੇ ਇਹਦੇ ਵਿੱਚ ਆਪਾਂ ਦੇਖਾਂਗੇ ਇਸ ਚੀਜ਼ ਦੇ ਵਿੱਚ ਸਿਗਮਾ ਤੋਂ ਸਿਗਮਾ ਸਟਾਰ ਨੂੰ ਜਦੋਂ ਕੰਪੇਅਰ ਕਰਦੇ ਹਾਂ ਤਾਂ ਐਨਰਜੀ ਇੰਨੀ ਬਣਦੀ ਹੈ, ਅਤੇ ਜਦੋਂ N ਤੋਂ ਸਿਗਮਾ ਸਟਾਰ ਕੰਸੀਡਰ ਕਰਦੇ ਹਾਂ ਤਾਂ ਐਨਰਜੀ ਡਿਫਰੈਂਸ ਜਿਹੜਾ ਹੈ ਆਲਮੋਸਟ ਹਾਫ ਰਹਿ ਜਾਂਦਾ। ਠੀਕ ਹੈ, ਅਤੇ ਜਦੋਂ ਐਨਰਜੀ ਹਾਫ ਰਹੇਗੀ ਤਾਂ ਇਸ ਇਕੁਏਸ਼ਨ ਦੇ ਨਾਲ ਕੀ ਹੋਊਗਾ, ਵੇਵਲੈਂਥ ਜਿਹੜੀ ਹੈ ਉਹ ਇਨਕਰੀਜ਼ ਕਰ ਜੂਗੀ। ਠੀਕ ਹੈ, ਜਦੋਂ ਵੇਵਲੈਂਥ ਇਨਕਰੀਜ਼ ਕਰ ਗਈ, ਜਿਹੜੀ ਇੱਥੇ ਵੈਲਿਊ 125 'ਤੇ ਆ ਰਹੀ ਸੀ, ਇੱਥੇ ਉਹੀ ਜਿਹੜੀ ਵੇਵਲੈਂਥ ਦੀ ਵੈਲਿਊ ਕਿੰਨੇ 'ਤੇ ਆਉਂਦੀ ਹੈ, 178 'ਤੇ, ਮਤਲਬ ਲੈਮਡਾ ਦੀ ਵੈਲਿਊ ਜਿਹੜੀ ਹੈ ਉਹ ਇਨਕਰੀਜ਼ ਕਰ ਗਈ, 200 ਦੇ ਨੇੜੇ ਪਹੁੰਚ ਗਈ ਜਾ ਕੇ। ਠੀਕ ਹੈ, ਪਰ ਫਿਰ ਵੀ ਇਹ 200 ਦੇ ਨੇੜੇ ਤਾਂ ਪਹੁੰਚ ਗਈ, ਪਰ ਫਿਰ ਵੀ ਇਹ ਜਿਹੜੀ ਹੈ 200 ਤੋਂ ਘੱਟ ਰਹੀ। ਠੀਕ ਹੈ, 200 ਤੋਂ ਘੱਟ ਰਹੀ ਤਾਂ ਇਹਨਾਂ ਨੂੰ ਵੀ ਨਹੀਂ ਆਪਾਂ ਵੈਕਿਊਮ ਕ੍ਰੀਏਟ ਕੀਤੇ ਬਿਨਾਂ ਜਿਹੜਾ ਹੈ ਉਹ ਸਟੱਡੀ ਕਰ ਸਕਦੇ। ਇਹਨਾਂ ਦੀ ਵੀ, ਇਹਨਾਂ ਨੂੰ ਸਟੱਡੀ ਕਰਨ ਦੇ ਲਈ ਵੀ ਆਪਾਂ ਨੂੰ ਵੈਕਿਊਮ ਜਿਹੜਾ ਹੈ ਉਹ ਕ੍ਰੀਏਟ ਕਰਨਾ ਪਊਗਾ। ਠੀਕ ਹੈ, ਨੈਕਸਟ ਹੈ ਆਪਣੇ ਕੋਲ N2 ਪਾਈ ਸਟਾਰ ਟ੍ਰਾਂਜੀਸ਼ਨਸ। N2 ਪਾਈ ਸਟਾਰ ਟ੍ਰਾਂਜੀਸ਼ਨਸ ਨੇ ਜਿਹੜੀਆਂ ਉਹ ਕਿੱਥੇ ਹੁੰਦੀਆਂ ਨੇ, ਜਦੋਂ N ਤੋਂ ਪਾਈ ਸਟਾਰ ਦੇ ਵਿੱਚ ਜਿਹੜਾ ਇਲੈਕਟ੍ਰੋਨ ਸ਼ਿਫਟ ਹੋ ਜਾਏ, ਮਤਲਬ ਇਹੋ ਜਿਹੇ ਕੰਪਾਊਂਡਸ ਜਿਨ੍ਹਾਂ ਦੇ ਵਿੱਚ ਡਬਲ ਬੌਂਡ ਵੀ ਬਣਦਾ ਹੋਵੇ ਜਾਂ ਟ੍ਰਿਪਲ ਬੌਂਡ, ਮਤਲਬ ਪਾਈ ਬੌਂਡਿੰਗ ਹੁੰਦੀ ਹੋਵੇ। ਠੀਕ ਹੈ, ਅਤੇ ਉਸ ਤੋਂ ਬਾਅਦ ਲੋਨ ਪੇਅਰ ਵਾਲੇ ਆਈਟਮਸ ਵੀ ਹੋਣ, ਮਤਲਬ ਆਕਸੀਜਨ, ਨਾਈਟ੍ਰੋਜਨ ਜਾਂ ਕਲੋਰੀਨ ਵਗੈਰਾ ਪ੍ਰੈਜੈਂਟ ਹੋਣ, ਅਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਹੀ, ਮਤਲਬ ਆਕਸੀਜਨ ਦੇ ਨਾਲ ਡਬਲ ਬੌਂਡ, ਨਾਈਟ੍ਰੋਜਨ ਨਾਲ ਡਬਲ ਜਾਂ ਟ੍ਰਿਪਲ ਬੌਂਡ, ਉਸ ਤੋਂ ਬਾਅਦ ਕਲੋਰੀਨ ਨਾਲ, ਕਲੋਰੀਨ ਕਿਉਂਕਿ ਇੱਕ ਬੌਂਡ ਹੀ ਬਣਾਉਂਦਾ ਤਾਂ ਕਲੋਰੀਨ ਵਾਲੇ ਮੋਲੀਕਿਊਲਸ ਦੇ ਵਿੱਚ ਇਹ ਟ੍ਰਾਂਜੀਸ਼ਨ ਪੋਸੀਬਲ ਨਹੀਂ ਹੋਊਗੀ। ਠੀਕ ਹੈ, N2 ਪਾਈ ਸਟਾਰ ਟ੍ਰਾਂਜੀਸ਼ਨ ਕਲੋਰੀਨ ਵਾਲਿਆਂ 'ਚ ਇਹ ਪੋਸੀਬਲ ਨਹੀਂ ਹੋਊ, ਕਿਉਂਕਿ ਕਲੋਰੀਨ ਇੱਕੋ ਹੀ ਬੌਂਡ ਬਣਾਉਂਦਾ, ਪਾਈ ਬੌਂਡ ਨਹੀਂ ਬਣਾਉਂਦਾ। ਠੀਕ ਹੈ, ਇਹ ਸਿਰਫ ਆਕਸੀਜਨ ਅਤੇ ਨਾਈਟ੍ਰੋਜਨ ਵਾਲਿਆਂ 'ਚ ਹੀ, ਆਕਸੀਜਨ C ਡਬਲ ਬੌਂਡ O ਕਾਰਬੋਨਿਲ ਕੰਪਾਊਂਡ ਅਤੇ C ਟ੍ਰਿਪਲ ਬੌਂਡ N ਨਾਈਟ੍ਰਾਈਲਸ। ਠੀਕ ਹੈ, ਇਹਨਾਂ ਦੇ ਵਿੱਚ ਹੀ ਪੋਸੀਬਲ ਹੋਊ ਇਹ। ਉਸ ਤੋਂ ਬਾਅਦ ਸੇਮ ਉਹੀ ਚੀਜ਼, ਪਾਈ ਦੇ ਉੱਪਰ ਇੱਕ ਇਲੈਕਟ੍ਰੋਨ ਰੱਖਤਾ ਤਾਂ ਪਾਈ ਸਟਾਰ ਦੇ ਵਿੱਚ ਉਹ ਚਲਾ ਗਿਆ। ਠੀਕ ਹੈ, ਤਾਂ ਇਹ ਇਸ ਨੂੰ ਰਿਪਰਜੈਂਟ ਕਰਨ ਦਾ ਤਰੀਕਾ ਹੈ। ਉਸ ਤੋਂ ਬਾਅਦ ਜਦੋਂ ਕੰਪੇਅਰ ਕਰਦੇ ਹਾਂ ਐਨਰਜੀ ਨੂੰ, ਠੀਕ ਹੈ, ਤਾਂ ਇਹਨਾਂ ਦੀ ਐਨਰਜੀ ਜਿਹੜੀ ਹੈ ਉਹ ਬਹੁਤ ਜ਼ਿਆਦਾ, ਉਹ ਉਸ ਤੋਂ ਵੀ ਘੱਟ ਜਾਂਦੀ ਹੈ। ਠੀਕ ਹੈ, ਉਸ ਤੋਂ ਘੱਟ ਜਾਂਦੀ ਹੈ, ਤਾਂ ਕਾਰਬੋਨਿਲ ਕੰਪਾਊਂਡਸ ਹੈ ਜਿਹੜਾ ਉਹ 285 'ਤੇ ਇਹਨਾਂ ਦੀ ਜਿਹੜੀ ਹੈ ਐਕਸਾਈਟੇਸ਼ਨਸ ਦੇਖਣ ਨੂੰ ਮਿਲਦੀਆਂ ਨੇ ਆਪਾਂ ਨੂੰ। ਕਾਰਬੋਨਿਲ ਕੰਪਾਊਂਡਸ ਦੀਆਂ 285 ਨੈਨੋਮੀਟਰ ਅਤੇ 200 ਟੱਪ ਜਾਂਦੀਆਂ ਨੇ, ਤਾਂ ਇਹਨਾਂ ਨੂੰ ਆਪਾਂ ਈਜ਼ੀਲੀ ਸਟੱਡੀ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਮੋਰਓਵਰ ਇਹਦੇ ਵਿੱਚ ਹੁੰਦਾ ਕੀ ਹੈ,
ਐਪਸਾਈਲਨ ਵੈਲਿਊ ਹੈ ਜਿਹੜੀ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਕਿਉਂ ਘੱਟ ਹੁੰਦੀ ਆ? ਕਿਉਂਕਿ ਜਿਹੜਾ ਨਾਲ ਚਾਹੇ ਆਕਸੀਜਨ ਹੈ ਚਾਹੇ ਨਾਈਟ੍ਰੋਜਨ ਹੈ ਉਹ ਕਾਰਬਨ ਦੇ ਨਾਲੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਨੇ। ਜ਼ਿਆਦਾ ਇਲੈਕਟ੍ਰੋਨੈਗੇਟਿਵ ਨੇ ਤਾਂ ਈਜ਼ੀਲੀ ਆਪਣੇ ਇਲੈਕਟ੍ਰੋਨਸ ਨਹੀਂ ਦੇਣਗੇ ਉਹ, ਸਗੋਂ ਉਹਨਾਂ ਦੇ ਕਾਰਬਨ ਦੇ ਇਲੈਕਟ੍ਰੋਨਸ ਆਪਣੇ ਵੱਲ ਅਟਰੈਕਟ ਕਰਨਗੇ। ਠੀਕ ਹੈ, ਤਾਂ ਆਪਣੇ ਇਲੈਕਟ੍ਰੋਨ ਜਦੋਂ ਨਹੀਂ ਦੇਣਗੇ ਤਾਂ ਇਹ ਟ੍ਰਾਂਜ਼ੀਸ਼ਨਸ ਨੇ ਜਿਹੜੀਆਂ ਉਹ ਬਹੁਤ ਘੱਟ ਪੋਸੀਬਿਲਿਟੀ ਹੈ ਵੀ ਇਹ ਟ੍ਰਾਂਜ਼ੀਸ਼ਨਸ ਹੋਣਗੀਆਂ। ਜਦੋਂ ਪੋਸੀਬਿਲਿਟੀ ਬਹੁਤ ਜ਼ਿਆਦਾ ਘੱਟ ਗਈ, ਪ੍ਰੋਬੇਬਿਲਿਟੀ ਘੱਟ ਗਈ, ਠੀਕ ਹੈ, ਤਾਂ ਇਹਨਾਂ ਦੀ ਐਪਸਾਈਲਨ ਵੈਲਿਊ ਹੈ ਜਿਹੜੀ ਉਹ ਵੀ ਘਟੂਗੀ। ਤਾਂ ਲੋ ਇੰਟੈਂਸਿਟੀ ਟ੍ਰਾਂਜ਼ੀਸ਼ਨਸ ਹੁੰਦੀਆਂ ਨੇ ਜਿਹੜੀਆਂ ਇਹ N2 ਪਾਈ ਸਟਾਰ ਟ੍ਰਾਂਜ਼ੀਸ਼ਨਸ ਹੁੰਦੀਆਂ ਨੇ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲੇ ਪਾਈ ਟੂ ਪਾਈ ਸਟਾਰ ਟ੍ਰਾਂਜ਼ੀਸ਼ਨਸ। ਜਦੋਂ ਇੱਕ ਇਲੈਕਟ੍ਰੋਨ ਹੈ ਜਿਹੜਾ ਪਾਈ ਤੋਂ ਪਾਈ ਸਟਾਰ ਔਰਬਿਟਲ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ, ਠੀਕ ਹੈ, ਤਾਂ ਉਸ ਦੇ ਵਿੱਚ ਜਿਹੜੀ ਟ੍ਰਾਂਜ਼ੀਸ਼ਨ ਹੁੰਦੀ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਪਾਈ ਟੂ ਪਾਈ ਸਟਾਰ ਟ੍ਰਾਂਜ਼ੀਸ਼ਨਸ। ਇਹ ਜਿਹੀਆਂ ਜਿਹੜੀਆਂ ਟ੍ਰਾਂਜ਼ੀਸ਼ਨਸ ਨੇ ਉਹ ਜਿਹੇ ਮੋਲੀਕਿਊਲਸ ਦੇ ਵਿੱਚ ਹੁੰਦੀਆਂ ਜਿਨ੍ਹਾਂ ਵਿੱਚ ਡਬਲ ਜਾਂ ਟ੍ਰਿਪਲ ਬੌਂਡ ਹੋਊਗਾ। ਠੀਕ ਹੈ, ਸਿਰਫ ਕਾਰਬਨਸ ਹੋਣਗੀਆਂ, ਮਤਲਬ ਲੋਨ ਪੇਅਰ ਨਹੀਂ ਪ੍ਰੈਜੈਂਟ ਹੋਊਗਾ, ਲੋਨ ਪੇਅਰ ਵਾਲਾ ਕੋਈ ਵੀ ਐਟਮ ਨਹੀਂ ਪ੍ਰੈਜੈਂਟ ਹੋਊਗਾ, ਸਿਰਫ ਕਾਰਬਨਸ ਹੋਣਗੀਆਂ ਪਹਿਲਾਂ ਤਾਂ, ਉਸ ਤੋਂ ਬਾਅਦ ਕਾਰਬਨਸ ਦੇ ਵਿਚਾਲੇ ਡਬਲ ਜਾਂ ਟ੍ਰਿਪਲ ਬੌਂਡ ਹੋਊਗਾ, ਮਤਲਬ ਪਾਈ ਬੌਂਡ ਕੋਈ ਨਾ ਕੋਈ ਬਣਦਾ ਹੋਵੇ। ਜਿਵੇਂ ਇਥੀਨ ਆਪਾਂ ਦਿਖਾਈ ਹੈ ਇੱਥੇ, ਇਥੀਨ ਦੇ ਵਿੱਚੋਂ ਇੱਕ ਇਲੈਕਟ੍ਰੋਨ ਜਿਹੜਾ ਹੈ ਉਹ ਦੂਸਰੇ ਦੇ ਉੱਪਰ ਰੱਖਤਾ ਤਾਂ ਉਹ ਕਿੱਥੋਂ ਪਾਈ ਤੋਂ ਪਾਈ ਸਟਾਰ ਦੇ ਵਿੱਚ ਚਲਾ ਗਿਆ। ਪਹਿਲਾਂ ਪਾਈ ਦੇ ਵਿੱਚ ਸੀ ਦੋਨੇ, ਉਸ ਤੋਂ ਬਾਅਦ ਪਾਈ ਸਟਾਰ ਦੇ ਵਿੱਚ ਇੱਕ ਇਲੈਕਟ੍ਰੋਨ ਜਿਹੜਾ ਹੈ ਉਹ ਚਲਾ ਗਿਆ। ਤਾਂ ਇਸ ਤਰੀਕੇ ਦੇ ਜਿਹੜੀ ਟ੍ਰਾਂਜ਼ੀਸ਼ਨ ਹੈ ਉਸ ਨੂੰ ਆਪਾਂ ਕਹਿੰਦੇ ਹਾਂ ਪਾਈ ਟੂ ਪਾਈ ਸਟਾਰ ਟ੍ਰਾਂਜ਼ੀਸ਼ਨਸ। ਅਤੇ ਜੇ ਆਪਾਂ ਦੇਖੀਏ ਇਹਦੇ ਵਿੱਚ ਜਿਹੜੇ ਲੋਅਰ ਮੈਂਬਰ ਆ, ਠੀਕ ਹੈ, ਜਿਵੇਂ ਇਥੀਨ ਹੋ ਗਈ, ਉਹਦੀ ਜਿਹੜੀ ਟ੍ਰਾਂਜ਼ੀਸ਼ਨ ਦੀ ਵੈਲਿਊ ਹੈ ਲੈਮਡਾ ਮੈਕਸ ਉਹ ਹੈ 175 ਨੈਨੋਮੀਟਰ। ਠੀਕ ਹੈ, ਪਰ ਜਦੋਂ ਹਾਇਰ ਮੈਂਬਰਸ ਦੇ ਉੱਪਰ ਜਾਂਦੇ ਹਾਂ ਆਪਾਂ 13 ਬਿਊਟਾਡਾਈਨ ਜਾਂ 135 ਹੈਕਸਾਟ੍ਰਾਈਨ, ਠੀਕ ਹੈ, ਜਾਂ ਹੋਰ ਉਸ ਤੋਂ ਅੱਗੇ ਜਾਂਦੇ ਹਾਂ ਤਾਂ ਉਹਨਾਂ ਦੀ ਵੈਲਿਊ ਕੰਟੀਨਿਊਸਲੀ ਵੱਧਦੀ ਜਾਂਦੀ ਹੈ। ਜਿਵੇਂ 13 ਬਿਊਟਾਡਾਈਨ ਦੀ 217 ਨੈਨੋਮੀਟਰ ਹੁੰਦੀ ਹੈ। ਠੀਕ ਹੈ, ਤਾਂ ਇਥੀਨ ਹੈ ਜਿਹੜੀ ਸਿਰਫ ਉਸੇ ਦੀ ਘੱਟ ਹੁੰਦੀ ਹੈ, ਬਾਕੀ ਸਾਰਿਆਂ ਦੀ ਵੈਲਿਊ ਵੱਧ ਹੁੰਦੀ ਹੈ। ਤਾਂ ਇਹਨਾਂ ਨੂੰ ਆਪਾਂ ਈਜ਼ੀਲੀ ਸਟੱਡੀ ਕਰ ਸਕਦੇ ਹਾਂ 200 ਤੋਂ ਲੈ ਕੇ 800 ਦੇ ਰੀਜਨ ਦੇ ਵਿੱਚ। ਠੀਕ ਹੈ, ਹੁਣ ਉਸ ਤੋਂ ਬਾਅਦ ਜਦੋਂ ਕੰਪੈਰੀਜ਼ਨ ਕਰਦੇ ਹਾਂ ਸਾਰੀਆਂ ਦਾ, ਠੀਕ ਹੈ, ਇੱਥੇ ਸਿਗਮਾ ਪਾਈ N ਪਾਈ ਸਟਾਰ ਅਤੇ ਸਿਗਮਾ ਸਟਾਰ, ਜਦੋਂ ਇਹਨਾਂ ਦਾ ਕੰਪੈਰੀਜ਼ਨ ਕਰਦੇ ਹਾਂ, ਜਦੋਂ ਐਨਰਜੀ ਦੇਖਾਂਗੇ ਤਾਂ ਸਿਗਮਾ ਸਟਾਰ ਦੀ ਐਨਰਜੀ ਸਭ ਤੋਂ ਵੱਧ ਹੋਊਗੀ, N2 ਸਿਗਮਾ ਸਟਾਰ ਦੀ ਹੈ ਜਿਹੜੀ ਉਸ ਤੋਂ ਘੱਟ ਹੋਊਗੀ, ਪਾਈ ਟੂ ਪਾਈ ਸਟਾਰ ਦੀ ਉਸ ਤੋਂ ਘੱਟ, N2 ਪਾਈ ਸਟਾਰ ਹੈ ਜਿਹੜਾ ਉਹਦੀ ਐਨਰਜੀ ਜਿਹੜੀ ਹੈ ਸਭ ਤੋਂ ਘੱਟ ਹੋਊਗੀ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਪਹਿਲੀਆਂ ਦੋ ਨੇ ਸਿਗਮਾ ਵਾਲੀਆਂ, ਸਿਗਮਾ ਸਟਾਰ ਅਤੇ N2 ਸਿਗਮਾ ਸਟਾਰ, ਇਹਨਾਂ ਦੀ ਐਨਰਜੀ ਕਿਉਂਕਿ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਅਤੇ ਵੇਵਲੈਂਥਸ ਬਹੁਤ ਜ਼ਿਆਦਾ ਘੱਟ ਹੁੰਦੀਆਂ ਨੇ, ਤਾਂ ਇਹਨਾਂ ਨੂੰ ਆਪਾਂ ਸਟੱਡੀ ਜਿਹੜਾ ਨਹੀਂ ਕਰਦੇ ਕਿਉਂਕਿ ਇਹਨਾਂ ਦੇ ਜਿਹੜੇ ਵੇਵਲੈਂਥ ਰੀਜਨ ਹੈ ਉਹ 200 ਤੋਂ ਨੀਚੇ ਚਲਾ ਜਾਂਦਾ। ਉਹਦੇ ਵਾਸਤੇ ਆਪਾਂ ਨੂੰ ਵੈਕਿਊਮ ਟੈਕਨੀਕਸ ਚਾਹੀਦੀਆਂ ਨੇ, ਵੈਕਿਊਮ ਕ੍ਰੀਏਟ ਕਰਨ ਵਾਲੀਆਂ, ਤਾਂ ਉਹਨਾਂ ਨੂੰ ਆਪਾਂ ਈਜ਼ੀਲੀ ਸਟੱਡੀ ਨਹੀਂ ਕਰ ਸਕਦੇ। ਉਸ ਲਈ ਆਪਾਂ ਇਹਨਾਂ ਨੂੰ ਸਟੱਡੀ ਕਰਦੇ ਹੀ ਨਹੀਂ, ਸਕਿਪ ਕਰ ਦਿੰਦੇ ਆਪਾਂ। ਮਤਲਬ ਆਪਣਾ ਜਿਹੜਾ ਸਿਲੇਬਸ ਹੈ 200 ਤੋਂ ਉੱਪਰ ਦਾ, ਤਾਂ ਆਪਾਂ ਇਹਨਾਂ ਬਾਰੇ ਨਹੀਂ ਪੜ੍ਹਾਂਗੇ ਜਿਹੜੀਆਂ ਇਹ ਦੋ ਟ੍ਰਾਂਜ਼ੀਸ਼ਨਸ ਨੇ। ਉਸ ਤੋਂ ਬਾਅਦ ਜਿਹੜੀਆਂ ਦੂਸਰੀਆਂ ਰਹਿ ਗਈਆਂ ਦੋ, ਪਾਈ ਟੂ ਪਾਈ ਸਟਾਰ ਅਤੇ N2 ਪਾਈ ਸਟਾਰ, ਇਹਨਾਂ ਨੂੰ ਆਪਾਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਾਂਗੇ, ਜਿਹਦੇ ਵਿੱਚੋਂ ਕੀ ਹੁੰਦਾ N2 ਪਾਈ ਸਟਾਰ ਹੈ ਜਿਹੜੀ ਉਹ ਲੋ ਇੰਟੈਂਸਿਟੀ ਦੀਆਂ ਹੋਣਗੀਆਂ ਅਤੇ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ। ਮਤਲਬ ਜ਼ਿਆਦਾਤਰ ਆਪਾਂ ਜਿਹੜੀ ਸਟੱਡੀ ਕਰਨੀ ਆ ਉਹ ਪਾਈ ਟੂ ਪਾਈ ਸਟਾਰ ਦੀ ਹੀ ਇਸ ਚੈਪਟਰ ਦੇ ਵਿੱਚ ਜਿਹੜੀ ਸਟੱਡੀ ਹੈ ਉਹ ਕਰਨੀ ਹੈ। ਠੀਕ ਹੈ, ਅਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅਗਲੀ ਵੀਡੀਓ ਦੇ ਵਿੱਚ ਆਪਾਂ ਅੱਗੇ ਸਟੱਡੀ ਕਰਾਂਗੇ। ਥੈਂਕ ਯੂ।